ਸੋ ਸਤਿਗੁਰ ਮਾਹੀ ਸਮਾਨਾ। ਇਹ ਬਾਣੀ ਜੋ ਜੀਉ ਜਾਣੈ, ਤਿਸ ਅੰਤਰ ਰਵੈ ਹਰਿ ਨਾਮਾ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਬਾਣੀ ਬਿਰਲੋ ਵਿਚਾਰ ਸੀ, ਏਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ, ਨਿਜ ਘਰ ਵਾਸਾ ਹੋਏ। ਸ਼੍ਰੀ ਰਾਗ ਤੋਹੀ ਮੋਹੀ, ਮੋਹੀ ਤੋਹੀ, ਅੰਤਰ ਕੈਸਾ। ਕਨਕ ਕਟਕ ਜਲ ਤਰੰਗ ਜੈਸਾ। ਜਾਪੈ ਹਮ ਨਾਮ ਪਾਪ ਕਰੰਤਾ, ਅਹੈ ਅਨੰਤਾ। ਪਤਿਤ ਪਾਵਨ ਨਾਮ ਕੈਸੇ ਹੁੰਤਾ। ਰਹਾਉ ਤੁਮ ਜੋ ਨਾਇਕ, ਆਸ਼ੋ ਅੰਤਰ ਜਾਮੀ। ਪ੍ਰਭ ਤੇ ਜਨ ਜਾਨੀਜੈ, ਜਨ ਤੇ ਸੁਆਮੀ। ਸਰੀਰ ਅਰਾਧ ਮੋਹ ਕਾ ਵਿਚਾਰ ਦੇਹੂ। ਰਵਿਦਾਸ ਸਮ ਦਲ ਸਮਝਾਵੇ ਕੋ। ਸਰੀਰ ਅਰਾਧ ਮੋਹ ਕਾ ਵਿਚਾਰ ਦੇਹੂ। ਰਵਿਦਾਸ ਸਮ ਦਲ ਸਮਝਾਵੇ ਕੋ।
ਇਹ ਪਾਵਨ ਸ਼ਬਦ ਸ਼੍ਰੀ ਰਾਗ ਅੰਦਰ ਭਗਤ ਬਾਣੀ ਵਿੱਚ ਭਗਤ ਰਵਿਦਾਸ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਇਆ 93 ਅੰਗ ਤੇ ਸੁਸ਼ੋਭਿਤ ਹੈ। ਭਗਤ ਬਾਣੀ ਦਾ ਔਰ ਸ਼੍ਰੀ ਰਾਗ ਦਾ ਇਹ ਅੰਤਲਾ ਸ਼ਬਦ ਹੈ। ਇਸ ਪਾਵਨ ਸ਼ਬਦ ਦੀ ਵਿਚਾਰ ਭਾਈ ਪਰਮਜੀਤ ਸਿੰਘ ਜੀ ਖਾਲਸਾ ਆਪ ਜੀ ਨੂੰ ਸਰਵਣ ਕਰਵਾਉਣਗੇ। 2 ਦਿਨ ਦਾ ਉਹਨਾਂ ਦਾ ਸਮਾਂ ਹੈ ਸਾਡੇ ਪਾਸ। ਈਸਵੀ ਕੈਲੰਡਰ ਦੇ ਨਵੇਂ ਸਾਲ ਨੂੰ ਖੁਸ਼ ਆਮਦੀਦ ਕਹਿਣ ਵਾਸਤੇ ਅੱਜ ਰਾਤਰੀ ਦੇ ਵਿਸ਼ੇਸ਼ ਸਮਾਗਮ ਦਿੱਲੀ ਵਿੱਚ ਸਾਰੇ ਹੀ ਇਤਿਹਾਸਕ ਗੁਰਦੁਆਰਿਆਂ ਵਿੱਚ ਹੋਣਗੇ। ਤਕਰੀਬਨ 12 ਵਜੇ ਤੱਕ ਦੀਵਾਨ ਸਜਣੇ ਹਨ। ਗੁਰਦੁਆਰਾ ਟਿਕਾਣਾ ਸਾਹਿਬ ਪੰਜਾਬੀ ਬਾਗ ਦੇ ਮੁੱਖ ਸੇਵਾਦਾਰ ਦਾਸ ਅੰਮ੍ਰਿਤਪਾਲ ਸਿੰਘ ਹੋਰਾਂ ਵੱਲੋਂ ਵੀ ਬੇਨਤੀ ਹੈ। ਤਕਰੀਬਨ ਪਿਛਲੇ 40 ਸਾਲਾਂ ਤੋਂ ਸਮਾਗਮਾਂ ਦੀ ਜੋ ਲੜੀ ਹੈ, ਅੱਜ ਉੱਥੇ ਵੀ ਸਮਾਗਮ ਹੋਣੇ ਹਨ। ਆਪ ਜੀ ਜ਼ਰੂਰ ਹਾਜ਼ਰੀਆਂ ਭਰੋ। ਗੁਰੂ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਦਿੱਲੀ ਕਮੇਟੀ ਵੱਲੋਂ ਨਗਰ ਕੀਰਤਨ ਕੱਲ 1 ਜਨਵਰੀ ਵਾਲੇ ਦਿਨ ਸਜਾਇਆ ਜਾਣਾ ਹੈ, ਜੋ ਰਕਾਬਗੰਜ ਸਾਹਿਬ ਤੋਂ ਆਰੰਭ ਹੋ ਕੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਫਤਿਹ ਨਗਰ ਪਹੁੰਚੇਗਾ। ਸੋ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਨਗਰ ਕੀਰਤਨ ਵਿੱਚ ਸ਼ਾਮਲ ਹੋਈਏ। ਸਾਰੀ ਸੰਗਤ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮਗਰ ਸੱਚੇ ਪਾਤਸ਼ਾਹ ਜੀ ਦੀ ਪਾਲਕੀ ਸਵਾਰੀ ਦੇ ਮਗਰ ਆਪਾਂ ਸਾਰੇ ਚੱਲੀਏ। ਦੁਨੀਆ ਨੂੰ ਸੁਨੇਹਾ ਦੇਈਏ, ਸਾਡਾ ਗੁਰੂ, ਸਾਡਾ ਆਗੂ, ਸਾਡਾ ਸਰਪ੍ਰਸਤ, ਸਾਡਾ ਮਾਰਗਦਰਸ਼ਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ। ਸੋ ਆਓ ਸਾਰੇ ਇਹਨਾਂ ਸਮਾਗਮਾਂ ਵਿੱਚ ਨਗਰ ਕੀਰਤਨ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਕੀਆਂ ਬਖਸ਼ਿਸ਼ਾਂ ਪ੍ਰਾਪਤ ਕਰੀਏ। ਅੰਮ੍ਰਿਤ ਸੰਚਾਰ ਹਰ ਐਤਵਾਰ 11 ਵਜੇ ਹੁੰਦਾ ਹੈ। ਗੁਰੂ ਘਰ ਦੀ ਸੇਵਾ ਦੇ ਵਿੱਚ ਗੁਰੂ ਕੇ ਲੰਗਰਾਂ ਵਾਸਤੇ ਰਸਦ, ਕੜਾ ਪ੍ਰਸ਼ਾਦ ਦੀ ਦੇਗ ਵਾਸਤੇ ਦੇਸੀ ਘਿਓ, ਬਾਲਾ ਸਾਹਿਬ ਹਸਪੀਟਲ ਵਾਸਤੇ ਬੈੱਡ ਤੋਂ ਲੈ ਕੇ ਵੈਂਟੀਲੇਟਰ ਤੱਕ ਕੋਈ ਵੀ ਸੇਵਾ ਆਪ ਜੀ ਭੇਜ ਸਕਦੇ ਹੋ। ਇਮਾਰਤ ਦੀ ਸੇਵਾ ਜਥੇਦਾਰ ਬਾਬਾ ਬਚਨ ਸਿੰਘ ਜੀ ਕਰਵਾ ਰਹੇ ਹਨ। ਅਗਲੇ ਸਮੇਂ ਵਾਸਤੇ ਗੁਰਬਾਣੀ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਡੰਡਾਉਤ ਬੰਧਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰੱਖੋ ਪ੍ਰਭੂ। ਸਾਰੇ ਪੜੋ। ਡੋਲਣ ਤੇ ਰੱਖੋ ਪ੍ਰਭੂ, ਨਾਨਕ ਦੇ ਘਰ ਹੱਥ, ਨਾਨਕ ਦੇ ਘਰ ਹੱਥ। ਅਗੰਮ ਅਗੋਚਰ ਸੱਚ ਸਾਹਿਬ ਮੇਰਾ, ਨਾਨਕ ਬੋਲੇ ਬੁਲਾਇਆ ਤੇਰਾ। ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ, ਨਾਨਕ ਬੋਲੇ ਬੁਲਾਇਆ ਤੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਜ ਵੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੀ ਕਲਿਆਣਕਾਰੀ ਬਾਣੀ, ਭਲਾ ਕਰਨ ਵਾਲੀ ਬਾਣੀ, ਆਪ ਜੀ ਨੇ ਸ੍ਰੀ ਆਸਾ ਜੀ ਕਾ ਵਾਰ ਦਾ ਕੀਰਤਨ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਪਾਸੋਂ ਸਰਵਣ ਕੀਤਾ। ਭਾਈ ਸਾਹਿਬ ਜੀ ਸਮਾਪਤੀ ਤੇ 2 ਲਾਈਨਾਂ ਦਾ ਇੱਕ ਸ਼ਬਦ ਪੜ੍ਹ ਕੇ ਗਏ ਨੇ, ਬਾਬਾ ਕਬੀਰ ਦਾ। ਆਖੋ ਵਾਹਿਗੁਰੂ। 2 ਲਾਈਨਾਂ ਦਾ। ਕਬੀਰ ਨਾ ਹਮ ਕੀਆ, ਬੜਾ ਗਹਿਰਾ ਸ਼ਬਦ ਜੇ, ਅੰਦਰ ਉਤਾਰ ਲਿਓ। ਇੱਥੇ ਬਿਲਕੁਲ ਸਰੈਂਡਰ ਹੋਣ ਵਾਲੀ ਕਹਾਣੀ ਜੇ, ਵੀ ਮੈਂ ਕੁਛ ਵੀ ਨਹੀਂ ਕਰ ਸਕਦਾ। ਉਹ ਪਵਿੱਤਰ ਆਤਮਾ ਇੰਨੀ ਨਿਮਰਤਾ 'ਚ ਬੋਲਦੀ ਹੈ, ਜਿਹੜੀ ਕਹਿੰਦੀ ਅਬ ਤੋਂ ਜਾਏ ਚੜ੍ਹੇ ਸਿੰਘਾਸਣ। ਇੰਨੀ ਵੱਡੀ ਪਦਵੀ ਦੇ ਮਾਲਕ ਬਾਬਾ ਕਬੀਰ ਕਹਿੰਦਾ, ਨਾ ਕਿਛ ਕੀਆ ਨਾ ਕਰੇਂਗੇ, ਨਾ ਕਰ ਸਕੇ ਸਰੀਰ। ਜਿਨ੍ਹਾਂ ਜਿਨ੍ਹਾਂ ਭਾਗਾਂ ਵਾਲਿਆਂ ਨੂੰ ਬਾਣੀ ਆਉਂਦੀ, ਰਸਨਾ ਤੇ ਲਿਆਓ, ਰਸਨਾ ਪਵਿੱਤਰ ਹੋ ਗਈ। ਨਾ ਕਿਛ ਕੀਆ ਨਾ ਕरेंगे, ਨਾ ਕਰ ਸਕੇ ਸਰੀਰ। ਮੇਰੇ ਸਰੀਰ ਵਿੱਚ ਇੰਨੀ ਸਮਰੱਥਾ ਨਹੀਂ ਸੀ ਕਿ ਮੈਂ ਰੱਬ ਦੀ ਪ੍ਰਾਪਤੀ ਕਰ ਸਕਦਾ। ਆਖੋ ਵਾਹਿਗੁਰੂ। ਰੱਬ ਦੀ ਮੇਰੇ 'ਚ ਇੰਨੀ ਸਮਰੱਥਾ ਨਹੀਂ ਸੀ। ਉਹਦੇ ਸ਼ੁਕਰਾਨੇ ਵਿੱਚ ਡੁੱਬ ਕੇ ਕਹਿੰਦਾ ਬਾਬਾ ਕਬੀਰ, ਕਿਆ ਜਾਣੋ ਕਿਛ ਹਰ ਕੀਆ। ਉਸ ਮਾਲਕ ਨੇ ਕੀ ਕੀਤਾ ਹੈ। ਤੇ ਤੁਸੀਂ ਤੇ ਮੈਂ ਉਤਲੇ ਉਤਲੇ ਅਰਥ ਇਹ ਲਾਂਗੇ ਵੀ ਭਇਓ ਕਬੀਰ ਕਬੀਰ। ਜੇ ਉਹ ਅਰਥ ਹੁੰਦਾ ਜਿਹੜਾ ਅਸੀਂ ਕਰਦੇ ਹਾਂ ਤੇ ਉੱਥੇ ਹੋਣਾ ਹੋਇਓ, ਉਹਦੀ ਬੱਲੇ ਬੱਲੇ ਹੋ ਗਈ। ਇੱਥੇ ਭਇਓ ਕਿਹਾ ਹੈ, ਥੋੜਾ ਜਿਹਾ ਭਾਰ ਪਾਇਓ ਸੁਰਤ ਤੇ। ਕਿਆ ਜਾਣੋ ਕਿਛ ਹਰ ਕੀਆ, ਭਇਓ ਕਬੀਰ ਕਬੀਰ। 2 ਵਾਰ ਸ਼ਬਦ ਪੜਿਓ। ਇੱਕ ਕਬੀਰ ਤੇ ਭਗਤ ਦਾ ਨਾਮ ਆ, ਇੱਕ ਕਬੀਰ ਆ ਰੱਬ ਦਾ ਨਾਮ। ਚੇਤਾ ਰੱਖਿਓ। ਮੈਨੂੰ ਨਹੀਂ ਪਤਾ ਲੱਗਾ, ਮੈਂ ਤੇ ਕੁਝ ਕਰ ਨਹੀਂ ਸਕਦਾ। ਮੈਨੂੰ ਨਹੀਂ ਪਤਾ ਲੱਗਦਾ ਇੱਕ ਕੱਪੜੇ ਬੁਣਨ ਵਾਲਾ ਜਲਾਇਆ ਰੱਬ ਕਦੋਂ ਹੋ ਗਿਆ। ਆਖੋ ਵਾਹਿਗੁਰੂ। ਥੋੜਾ ਜਿਹਾ ਭਾਰ ਪਾਓ, ਫਿਰ ਸੁਣੋ। ਭਇਓ ਕਬੀਰ ਕਬੀਰ, ਇੱਕ ਤਾਂ ਭਗਤ ਜੀ ਦਾ ਨਾਂ ਹੈ, ਇੱਕ ਹੱਕਾ ਕਬੀਰ ਕਰੀਮ ਤੂੰ ਬੇਅ ਪਰਵਦਗਾਰ। ਕਬੀਰ ਰੱਬ ਨੂੰ ਵੀ ਕਹਿੰਦੇ। ਇੰਨੀ ਨਿਮਰਤਾ 'ਚ ਆਇਆ, ਕਹਿੰਦਾ ਮੇਰੇ ਕੋਲੋਂ ਤੇ ਕੁਛ ਵੀ ਨਹੀਂ ਹੋਇਆ, ਮੈਂ ਨਾ ਕੁਛ ਕਰ ਸਕਦਾ ਸਾਂ। ਮੈਨੂੰ ਨਹੀਂ ਪਤਾ ਲੱਗਾ ਉਸ ਮਾਲਕ ਨੇ ਕੀ ਕਲਾ ਵਰਤਾਈ, ਕੱਪੜੇ ਬੁਣਨ ਵਾਲਾ ਰੱਬ ਹੋ ਗਿਆ। ਆਖੋ ਵਾਹਿਗੁਰੂ। ਇਹ ਭਗਤ ਨੇ ਜਿਨ੍ਹਾਂ ਡੰਕੇ ਦੀ ਚੋਟ ਤੇ ਆਖਿਆ ਵੀ ਅਸੀਂ ਉਸ ਮਾਲਕ ਦਾ ਸਰੂਪ ਹੋ ਗਏ। ਫਿਰ ਆਪਾਂ ਆਸਾ ਕੀ ਵਾਰ ਦਾ ਕੀਰਤਨ ਸੁਣਿਆ ਹੈ, ਫਿਰ ਸਿੰਘ ਸਾਹਿਬ ਤੋਂ ਹੁਕਮਨਾਮੇ ਦਾ ਉਚਾਰਨ ਸੁਣਿਆ ਹੈ। ਇਹ ਹਰ ਵਾਰ ਜਦੋਂ ਗੁਰੂ ਕਾ ਸਿੱਖ ਭਾਈ ਸਾਹਿਬ ਜੀ ਇਹ ਹੁਕਮਨਾਮਾ ਲੈਂਦੇ ਤੇ 2 ਵਚਨ ਬੜੇ ਪਿਆਰੇ ਕਹਿੰਦੇ ਤੇ ਬੜੇ ਟਕਾ 'ਚ ਕਹਿੰਦੇ। ਸੁਣਿਆ ਕਰੋ। ਸੁਰਤ ਜੁੜੀ ਹੋਊਗੀ ਤੇ ਇੱਕ ਇੱਕ ਬਾਣੀ ਦਾ ਸ਼ਬਦ ਇਸ ਤਰ੍ਹਾਂ ਲੱਗੂ ਜਿਵੇਂ ਤੁਹਾਡੀ ਝੋਲੀ 'ਚ ਹੀਰੇ ਤੇ ਰਤਨ ਡਿੱਗਣ ਡਿਆ, ਜੇ ਸੁਰਤ ਜੁੜੀ ਹੋ। ਜੇ ਤੁਸੀਂ ਬੈਠੇ ਇੱਥੇ ਹੋ, ਘੁੰਮ ਕਿਤੇ ਬਾਹਰ ਰਹੇ ਹੋ, ਤੇ ਫਿਰ ਹੁਕਮਨਾਮਾ ਵੀ ਪੜ੍ਹਿਆ ਗਿਆ, ਮੰਗਲਾਚਰਨ ਵੀ ਪੜ੍ਹਿਆ ਗਿਆ, ਕਲਾ ਚੱਲੀ ਨਹੀਂ। ਕਲਾ ਚੱਲ ਸਕਦੀ, ਤੁਹਾਡੀਆਂ ਝੋਲੀਆਂ ਹੀਰੇ ਰਤਨ ਜਵਾਹਰਾਂ ਨਾਲ ਭਰ ਸਕਦੀਆਂ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜੜੇ ਪਏ ਨੇ ਜਿਨ੍ਹਾਂ ਵਿੱਚ। ਮਗਰ ਜੇ ਆਪਾਂ ਇੱਥੇ ਹਾਜ਼ਰ ਨਾ ਹੋਏ, ਜੇ ਕੋਈ ਕੜਾਹ ਪ੍ਰਸ਼ਾਦ ਵਰਤਦਾ ਹੈ ਤੇ ਕਿਸੇ ਨੇ ਬੁੱਕ ਇਸ ਤਰ੍ਹਾਂ ਕੀਤਾ ਹੋਵੇ, ਤੇ ਉਹਦੇ ਹੀ ਬੁੱਕ ਵਿੱਚ ਪੈਣੇ ਨੇ। ਜਿਹਦਾ ਬੁੱਕ ਅੱਗੇ ਕੜਾਹ ਪ੍ਰਸ਼ਾਦ, ਉਹਦੇ ਬੁੱਕ ਵਿੱਚ ਪੈਣਾ ਜਿਹਦਾ ਬੁੱਕ ਸਾਹਮਣੇ ਹੋਇਆ। ਸ਼ਬਦ ਦਾ ਪ੍ਰਸ਼ਾਦ ਵੀ ਉਹਦੀ ਸੁਰਤ ਵਿੱਚ ਪੈਣਾ ਜਿਹਦੀ ਸੁਰਤ ਉੱਥੇ ਹਾਜ਼ਰ ਹੋਈ। ਤੇ ਹਾਜ਼ਰ ਸੁਰਤ ਵਾਲਿਆਂ ਨੇ ਸੁਣਿਆ। ਸਿੰਘ ਸਾਹਿਬ ਨੇ ਪੜ੍ਹਿਆ ਬਾਣੀ ਗੁਰੂ। ਬੋਲੋ ਭਲਾ। ਤੇ ਬੜਾ ਭਾਰ ਪਾ ਕੇ, ਗੁਰੂ ਹੈ ਬਾਣੀ, ਕਿਤੇ ਲੱਭਦਾ ਨਾ ਹੋਰ ਫਿਰੇ। ਅੱਜ ਸਮਾਜ ਦੇ ਬਹੁਤ ਸਾਰੇ ਲੋਕੀ ਨੇ ਜਿਹੜੇ ਗੁਰੂ ਹੁੰਦਿਆਂ ਵੀ ਗੁਰੂ ਲੱਭਦੇ ਫਿਰਦੇ। ਗੁਰੂ
ਬਾਪ ਉਂਗਲ ਫੜਾ ਕੇ ਗਿਆ, ਬਾਪ ਉਂਗਲ ਫੜਾ ਕੇ ਗਿਆ। ਜਦੋਂ ਕੱਲ ਪੁਰਬ ਮਨਾ ਕੇ ਹਟਿਓ, ਬਾਪ ਉਂਗਲ ਫੜਾ ਕੇ ਗਿਆ ਵੀ ਆਗਿਆ ਭਈ ਅਕਾਲ ਕੀ। ਉੱਚੀ ਉੱਚੀ ਬੋਲਿਆ ਕਰੋ, ਹੋਰ ਆਨੰਦ ਆਓ। ਆਗਿਆ ਭਈ ਤਬੈ ਸਭ ਸਿੱਖਣ ਕੋ ਹੁਕਮ ਹੈ। ਅੱਜ ਤੋਂ ਹਰ ਸਿੱਖ ਨੂੰ ਹੁਕਮ ਆ ਵੀ ਗੁਰੂ ਕਿਹਨੂੰ ਮੰਨਣਾ ਹੈ। ਗੁਰੂ ਮੰਨਿਓ। ਤੇ ਇੰਨਾ ਹੀ ਭਾਰ ਨਹੀਂ ਪਾਇਆ, ਅਗਲਾ ਇੱਕ ਵਚਨ ਹੋਰ ਕਿਹਾ ਸਰਕਾਰ ਨੇ, ਜੋ ਇਸ਼ਾਰੇ ਕੀਤੇ ਦਿਓਰੇ ਵਿੱਚ ਦਰਜ ਕੀਤੇ ਨੇ। ਗੁਰੂ ਗ੍ਰੰਥ ਜੀ ਮੰਨਿਓ। ਕੋਈ ਬੰਦਾ ਆ ਜਾਏ, ਭਾਵੇਂ ਪੂਰਾ ਸਰੂਪ ਬਣਾ ਕੇ ਆਖੇ ਵੀ ਮੈਂ ਰੱਬ ਹਾਂ, ਤੁਸੀਂ ਭੌਂਕੇ ਨਾ ਉਹਦੇ ਵੱਲ ਵੇਖਣਾ। ਆਖੋ ਵਾਹਿਗੁਰੂ। ਮੈਂ ਕੀ ਕਿਹਾ? ਕੋਈ ਬੰਦਾ ਆਣ ਕੇ ਆਖੇ ਮੈਂ, ਤੇ ਭੌਂਕੇ ਨਾ ਵੇਖਣਾ, ਕਹਿਣਾ ਰੱਬ ਦੀ ਬਾਂਹ ਤੇ ਸਾਨੂੰ ਫੜਾ ਕੇ ਗਿਆ। ਰੱਬ ਦੀ ਬਾਂਹ ਸਰੀਰ ਨਹੀਂ। ਆਖੋ ਵਾਹਿਗੁਰੂ। ਆਜਾਨ ਬਾਹੋ, ਆਜਾਨ ਸ਼ਾਹਾਨ। ਉਹ ਸ਼ਾਵਾਂ ਦੇ ਸ਼ਾਹ ਦਾ ਕੋਈ ਪੰਜ ਭੂਤਕ ਸਰੀਰ ਨਹੀਂ, ਉਹ ਸ਼ਬਦ ਹੈ। ਤੇ ਉਹੀ ਭਾਈ ਸਾਹਿਬ ਪੜ੍ਹਦੇ ਸੀ ਬਾਣੀ ਗੁਰੂ। ਬੋਲੋ ਹਾਂ। ਤੇ ਭਾਰ ਪਾ ਕੇ ਫੇਰ ਕਹੋ ਗੁਰੂ ਹੈ ਵਿੱਚ ਬਾਣੀ। ਅੱਗੇ ਹੋਰ ਥੋੜਾ ਜਿਹਾ ਸੁਰਤ ਨੂੰ ਟਿਕਾਓ। ਗੁਰ ਬਾਣੀ ਕਹੇ, ਜੋ ਜੋ ਗੁਰੂ ਨੇ ਬਾਣੀ ਕਹੀ। ਅਸੀਂ ਸਾਰੇ ਸਿੱਖ ਹਾਂ, ਸੇਵਕ ਆ ਰੱਬ ਦੇ। ਸਾਨੂੰ ਉਪਦੇਸ਼ ਆ ਸੇਵਕ ਜਨ ਮੰਨੈ। ਜਿੰਨੇ ਸੇਵਕ ਨੇ ਸਹਿਬ ਪਰਮੇਸ਼ਵਰ ਦੇ, ਅਕਾਲ ਪੁਰਖ ਦੇ, ਉਹ ਬਾਣੀ ਦੇ ਕਹੇ ਹੋਏ ਨੂੰ ਕੀ ਕਰਨ? ਮੰਨਣ। ਉੱਚੀ ਬੋਲੋ, ਮੰਨਣ। ਤੇ ਫਿਰ ਬੜਾ ਸੋਹਣਾ ਸ਼ਬਦ ਆ, ਜੇ ਤੁਸੀਂ ਗੁਰਬਾਣੀ ਦਾ ਕਹਿਣਾ ਮੰਨੋਗੇ, ਗੁਰਬਾਣੀ ਦੀ ਆਗਿਆ ਨੂੰ ਮੰਨੋਗੇ, ਤੇ ਪ੍ਰਤੱਖ ਗੁਰੂ ਤੁਹਾਡੇ ਸਾਹਮਣੇ ਆਣ ਕੇ ਪ੍ਰਤੱਖ ਕਲਾ ਖਲੋ ਜੂਗੀ ਤੇ ਤੁਹਾਡੀ ਜ਼ਿੰਦਗੀ ਦਾ ਨਿਸਤਾਰਾ ਕਰ ਦੂ। ਪ੍ਰਤੱਖ ਗੁਰੂ ਨਿਸਤਾਰੇ। ਜੇ ਤੁਸੀਂ ਕੇਵਲ ਮੱਥਾ ਟੇਕਣ ਤੱਕ ਸੀਮਤ ਰਹੋਗੇ, ਕੇਵਲ ਫੁੱਲਾਂ ਦੇ ਸਿਹਰੇ ਚੜਾਉਣ ਤੱਕ ਸੀਮਤ ਰਹੋਗੇ, ਉਸ ਗੁਰੂ ਦੇ ਕਹੇ ਹੋਏ ਬੋਲ ਨੂੰ ਨਹੀਂ ਮੰਨੋਗੇ, ਉਹਦੇ ਅਕੋਰਡਿੰਗ ਚੱਲੋਗੇ ਨਹੀਂ। ਜੇ ਗੁਰੂ ਕਹਿੰਦਾ ਉੱਠ ਇਸ਼ਨਾਨ ਕਰੋ ਪ੍ਰਭਾਤੇ, ਤੇ ਕੱਲ ਤੋਂ ਕਹਿ ਮੇਰੇ ਗੁਰੂ ਨੇ ਕਿਹਾ ਹੈ ਨਾ ਬਈ ਮੈਂ ਆਹ ਕੰਮ ਕਰਨਾ ਹੀ ਕਰਨਾ, ਮੇਰੇ ਭਰਾ ਨੇ ਕਿਹਾ, ਮੇਰੀ ਮਾਂ ਨੇ ਕਿਹਾ, ਮੇਰੀ ਮਾਂ ਨੇ ਮੇਰੀ ਡਿਊਟੀ ਲਾਈ ਹੈ, ਤੇ ਮੈਂ ਉਸ ਮਾਂ ਦਾ ਲਾਡਲਾ ਪੁੱਤਰ ਆ। ਮੈਂ ਆਪਣੇ ਮਾਂ ਦੇ ਪ੍ਰੇਮ ਨੂੰ ਇੱਧਰ ਉੱਧਰ ਨਹੀਂ ਦਿਖਾ ਸਕਦਾ, ਕਰ ਨਹੀਂ ਸਕਦਾ, ਇਗਨੋਰ ਨਹੀਂ ਕਰ ਸਕਦਾ, ਕਿਉਂਕਿ ਇਹ ਬਚਨ ਮੇਰੀ ਮਾਂ ਨੇ ਕਹੇ। ਸਿੱਖਾ ਛਾਤੀ ਚੌੜੀ ਕਰਕੇ ਕਿਹਾ ਕਰ। ਅੰਮ੍ਰਿਤ ਵੇਲੇ ਉੱਠਣ ਨੂੰ ਮੇਰੇ ਗੁਰੂ ਨੇ ਕਿਹਾ, ਤੇ ਮੈਂ ਹੁਣ ਅੰਮ੍ਰਿਤ ਵੇਲੇ ਉੱਠਿਆ ਕਰਨਾ। ਉੱਠ ਇਸ਼ਨਾਨ ਕਰੋ ਪ੍ਰਭਾਤੇ, ਸੋਏ ਹਰ ਅਰਾਧੇ। ਤੇ ਆ ਜਿਹੜੀ ਤੇਰੀ ਜ਼ਿੰਦਗੀ ਦੇ ਵਿਖੜੇ ਪੈਂਦੇ ਆ ਨਾ, ਜਿਹੜਾ ਤੂੰ ਕਹਿੰਦਾ ਮੈਂ ਉੱਥੇ ਵੀ ਠੇਡਾ ਲੱਗ ਕੇ ਡਿੱਗ ਪਿਆ, ਮੈਂ ਉੱਥੇ ਵੀ ਠੇਡਾ ਲੱਗ ਗਿਆ, ਮੈਂ ਧੀ ਮੰਗੀ ਤੇ ਧੋਖਾ ਹੋ ਗਿਆ, ਮੈਂ ਪੁੱਤਰ ਮੰਗਿਆ ਤੇ ਧੋਖਾ ਹੋ ਗਿਆ। ਸੱਜਣਾ, ਗੁਰੂ ਕਹਿੰਦਾ ਕਿਤੇ ਇੱਕ ਵਾਰ ਗੁਰੂ ਦਾ ਬਚਨ ਮੰਨ ਕੇ ਵੇਖ, ਵਿਖੜੇ ਦਾਓ ਲੰਘਾਵੇ ਮੇਰਾ ਸਤਿਗੁਰ। ਵਿਖੜਿਆ ਰਾਵਾਂ ਤੋਂ ਮੇਰਾ ਗੁਰੂ ਬਾਹੋਂ ਫੜ ਕੇ ਤੈਨੂੰ ਲੰਘਾ ਦਊਗਾ। ਸੁੱਖ ਸਹਿਜ ਸੇਤੀ ਘਰ ਜਾਤੇ। ਆਪਣੇ ਨਿੱਜ ਘਰ ਵਿੱਚ ਸੁੱਖ ਸਹਿਜ ਨਾਲ ਜ਼ਿੰਦਗੀ ਬਤੀਤ ਕਰਕੇ ਪਹੁੰਚ ਜਾਏਗਾ। ਕਿਤੇ ਇੱਕ ਵਾਰ ਗੁਰੂ ਦਾ ਕਹਿਣਾ ਤੇ ਮੰਨ ਕੇ ਵੇਖ। ਇੱਕ ਵਚਨ ਮੈਨੂੰ ਹਰ ਵਾਰ ਬੜਾ ਚੰਗਾ ਲੱਗਦਾ, ਜਦੋਂ ਭਾਈ ਸਾਹਿਬ ਕਹਿੰਦੇ ਇਹ ਬਾਣੀ ਜੋ ਜੀਉ ਜਾਣੇ। ਬੋਲੋ ਭਲਾ, ਜੀਉ 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 ਨਹੀਂ, ਜੀਉ ਜੀਉ ਮੰਨੇ ਵੀ ਇਹ ਮੇਰੇ ਗੁਰੂ ਦੇ ਬੋਲ ਨੇ। ਜੀਉ ਮੰਨ ਲੈ। ਜਿਹੜਾ ਮੰਨਣ ਵੀ ਲੱਗ ਪਿਆ ਤਿਸ ਅੰਤਰ ਰਵੇ ਹਰਨਾਮਾ। ਉਹਦੇ ਅੰਦਰ ਨਾਮ ਦੀ ਰੌਂ ਚੱਲ ਪਊਗੀ। ਜਿਹੜਾ ਮੰਨੂਗਾ ਵੀ ਇਹ ਬੋਲ ਮੇਰੇ ਗੁਰੂ ਦੇ ਬੋਲ ਨੇ। ਬਾਣੀ ਨੂੰ ਐਵੇਂ ਨਾ ਮੰਨੀ। ਇਹ ਬਾਣੀ ਕੇ ਆਕਲ ਅਲਾਮੇ, ਜਿੱਥੇ ਜਿੱਥੇ ਸੁਣ ਰਹੇ ਹੋ, ਦੇਸ਼ ਵਿਦੇਸ਼ ਗੁਰੂ ਕੇ ਸਿੱਖ ਬੈਠੇ। ਇਸ ਬਾਣੀ ਬਾਰੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਕਿ ਆਕਲ ਅਲਾਮੇ ਕਿ ਸਾਹਿਬ ਕਲਾਮੇ। ਕਲਾਮ ਹੁੰਦਾ ਬਾਣੀ। ਆਖੋ ਵਾਹਿਗੁਰੂ। ਉੱਚੀ ਬੋਲੋ। ਕਲਾਮ ਕੀ ਹੁੰਦਾ ਹੈ? ਬਾਣੀ। ਤੇ ਸਾਹਿਬ ਜਿੰਨੀਆਂ ਸ੍ਰਿਸ਼ਟੀ ਤੇ ਬਾਣੀਆਂ ਨੇ, ਇਹ ਇੱਕ ਅੰਗ ਤੋਂ ਲੈ ਕੇ 1430 ਅੰਗ ਤੱਕ ਤੇਰੀ ਬਾਣੀਆਂ, ਸਾਰੀਆਂ ਬਾਣੀਆਂ ਦੀ ਸਹਿਬ ਬਾਣੀ ਆ ਕਿ ਆਕਲ ਅਲਾਮੇ।
ਤੀਸਰੇ ਪਾਤਸ਼ਾਹ ਜਦੋਂ ਆਨੰਦ ਸਾਹਿਬ ਪੜ੍ਹਦੇ ਤਾਂ ਉਹਦੇ 'ਚ ਲਿਖੇ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ। ਅੱਗੇ ਪੜ੍ਹੋ, ਬਾਣੀਆਂ ਦੀ ਸਿਰੇ ਦੀ ਸਿਰਤਾਜ ਬਾਣੀ ਆ ਜਿਹੜੀ ਇੱਕ ਅੰਗ ਤੋਂ 1430 ਅੰਗ ਤੱਕ ਬਾਣੀ ਉਚਾਰੀ। ਸੱਜਣਾ, ਗੁਰੂ ਕਿਆ ਸਿੱਖਾ, ਤੇਰਾ ਆਉਣਾ ਜਾਣਾ ਇੱਥੇ ਸਫਲ ਹੋ ਸਕਦਾ ਹੈ। ਦੂਸਰਾ ਪੱਖ ਇਹ ਕਿਹਾ ਵਾ ਵੀ ਜੈ ਤਨ ਬਾਣੀ ਵਿਸਰ ਜਾਏ। ਅੱਜ 100 ਦੇ ਵਿੱਚੋਂ 97 ਸਿੱਖਾਂ ਦੇ ਘਰ 'ਚ ਰਹਿਰਾਸ ਸਾਹਿਬ ਨਹੀਂ ਹੁੰਦੀ। ਇਹ ਪੱਕੀ ਗੱਲ ਮੰਨ ਲਓ। ਜਦੋਂ ਇਹ ਮੈਂ ਗੱਲ ਕਹੀ ਹੈ, ਜਿੱਥੇ ਜਿੱਥੇ ਬੈਠੇ ਸੁਣ ਰਹੇ ਹੋ, ਆਪ ਆਪਣੇ ਘਰ ਦੇ ਵਿਊ 'ਚ ਆਓ ਤੇ ਆਪਣੇ ਆਪ ਨੂੰ ਪੁੱਛੋ ਵੀ ਖਾਲਸਾ ਜੀ ਬੰਗਲਾ ਸਾਹਿਬ ਗੁਰੂ ਦੀ ਗੋਦ 'ਚ ਵੀ ਕੀ ਕਹਿਣ ਡਿਆ ਵੀ ਸਾਡੇ ਘਰ 'ਚ ਰਹਿ ਰਸ ਨਹੀਂ ਹੁੰਦੀ, ਕੀ ਮੇਰੀ ਨਹੁੰ ਨਿਤਨੇਮ ਕਰਦੀ? ਪੁੱਛੋ ਆਪਣੇ ਆਪ ਨੂੰ। ਮੇਰੀ ਧੀ ਨਿਤਨੇਮ ਕਰਦੀ? ਮੇਰਾ ਪੁੱਤਰ ਨਿਤਨੇਮ ਕਰਦਾ? ਤੁਹਾਡੇ ਕੋਲ ਬੇਅੰਤ ਦੌਲਤਾਂ ਆ ਜਾਣ, ਆਖੋ ਵਾਹਿਗੁਰੂ। ਤੁਹਾਡੇ ਕੋਲ ਬੇਅੰਤ ਦੌਲਤਾਂ ਆ ਜਾਣ, ਬੇਅੰਤ ਗੱਡੀਆਂ ਆ ਜਾਣ, ਬੇਅੰਤ ਘਰ ਆ ਜਾਣ, ਸੱਜਣਾ ਆਤਮਕ ਖੁਸ਼ੀ ਕਿੱਥੋਂ ਲਏਗਾ? ਦੌਲਤ ਵਿੱਚ ਤੇ ਆਤਮਕ ਖੁਸ਼ੀ ਨਹੀਂ, ਵੱਡਿਆਂ ਘਰਾਂ 'ਚ ਤੇ ਆਤਮਕ ਖੁਸ਼ੀ ਨਹੀਂ। ਮੈਂ ਰਾਤੀ ਭੋਗ ਪਾ ਕੇ ਆਇਆ ਰਜੌਰੀ ਗਾਰਡਨ, ਬਹੁਤ ਬਹੁਤ ਅਮੀਰ ਉੱਥੇ ਲੋਕ ਬੈਠੇ, ਮਗਰ ਚਿਹਰੇ ਤੇ ਆਤਮਕ ਖੁਸ਼ੀ ਨਹੀਂ ਹੈਗੀ। ਉਹ ਖੇੜਾ ਤੇ ਕਿਸੇ ਝੁੱਗੀ 'ਚ ਬੈਠੇ ਤੇ ਆ, ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਆਪਣੇ ਬਾਪੂ ਦੇ ਹੁਕਮ ਨੂੰ ਇਸ ਤਰ੍ਹਾਂ ਪੜ੍ਹਦਾ, ਨਿਤ ਉੱਠ ਗਾਵੋ ਪ੍ਰਭ ਕੀ ਬਾਣੀ, ਨਿਤ ਉੱਠ ਗਾਵੋ ਪ੍ਰਭ ਕੀ ਬਾਣੀ, ਨਿਤ ਆਹ ਨਿਤ ਉੱਠ ਗਾਵੋ ਪ੍ਰਭ ਕੀ ਬਾਣੀ, ਨਿਤ ਉੱਠ ਗਾਵੋ ਪ੍ਰਭ ਕੀ ਬਾਣੀ, ਨਿਤ ਉੱਠ ਆਠ ਪੈਰ ਹਰ ਸਿਮਰੋ ਪ੍ਰਾਣੀ, ਆਠ ਪੈਰ ਹਰ ਸਿਮਰੋ ਪ੍ਰਾਣੀ, ਆਠ ਸਿੱਖਾ। ਫਿਰੋਜ਼ਪੁਰ ਦੀ ਇੱਕ ਬੀਬੀ ਨੇ ਦੱਸਿਆ ਆਪਣੇ ਘਰ ਦੀ ਖੁਸ਼ੀ ਦਾ ਕਾਰਨ, ਆਖੋ ਵਾਹਿਗੁਰੂ। ਮਨਜੀਤ ਕੌਰ ਕਹਿੰਦੀ, ਸਾਡੇ ਘਰ 'ਚ 3 ਪੀੜ੍ਹੀਆਂ ਤੋਂ ਕਿਸੇ ਨੂੰ ਬੁਖਾਰ ਨਹੀਂ ਚੜ੍ਹਿਆ, ਸਾਡੇ ਘਰ 'ਚ 3 ਪੀੜ੍ਹੀਆਂ ਤੋਂ ਕਦੀ ਕਲੇਸ਼ ਨਹੀਂ ਪਿਆ, ਤੇ ਸਾਡਾ ਨਾ ਤਾਂ ਕਦੀ ਫਸਲ ਖਰਾਬ ਹੋਇਆ, ਨਾ ਡੰਗਰ ਬਿਮਾਰ ਹੋਇਆ। ਅਸੀਂ ਹੱਥ ਜੋੜ ਕੇ ਪੁੱਛਿਆ, ਮਨਜੀਤ ਕੌਰੇ ਐਸੀ ਕਿਹੜੀ ਸਿੰਗੀ ਆ ਗਈ ਤੁਹਾਡੇ ਘਰ 'ਚ, ਐਸੀ ਕਿਹੜੀ ਬੂਟੀ ਲੈਂਦੀ ਜੇ ਜਿਹਦੇ ਨਾਲ ਕੋਈ 3 ਪੀੜ੍ਹੀਆਂ ਤੋਂ ਨਾ ਸਿਰ ਪੀੜ ਹੋਈ, ਨਾ ਫਸਲ ਖਰਾਬ ਹੋਈ, ਨਾ ਕੋਈ ਪਸ਼ੂ ਬਿਮਾਰ ਹੋਇਆ, ਨਾ ਤੁਹਾਡਾ ਕੋਈ ਬੱਚਾ ਬਿਮਾਰ ਹੋਇਆ? ਕਹਿੰਦੀ ਮੇਰਾ ਨਾ ਦਾਦਾ ਸਹੁਰਾ ਖੂਬ ਆਉਂਦਾ ਸੀ, ਖੂਹ ਤੇ ਇੱਕ ਸਾਧੂ ਆ ਗਿਆ, ਖੂਹ ਤੇ, ਆਖੋ ਵਾਹਿਗੁਰੂ। ਇੱਕ ਸਾਧੂ ਆ ਗਿਆ ਤੇ ਸਾਧੂ ਨੇ ਆਣ ਕੇ ਆਖਿਆ, ਬੰਤਾ ਸਿਆਂ ਜਲ ਛਕਾ। ਕਹਿੰਦੀ ਮੇਰੇ ਸਹੁਰੇ ਨੇ ਜਲ ਛਕਾਇਆ ਤੇ ਜਲ ਛਕਾ ਕੇ ਜਾਣ ਲੱਗਾ। ਸਾਧੂ ਕਹਿੰਦਾ, ਸੁਣਿਓ ਧਿਆਨ ਨਾਲ, ਬੰਤਾ ਸਾਹਿਬ ਘਰ ਦੀ ਸੁਣਾ, ਘਰ ਦਾ ਕੀ ਹਾਲ ਚਾਲ ਆ? ਤੇ ਬੰਤਾ ਸੁਣਿਆ, ਆਖਿਆ ਬਾਬਾ ਜੀ ਕੀ ਦੱਸਾਂ, ਇੱਕ ਬਿਮਾਰ ਉੱਠਦਾ ਤੇ ਦੂਸਰਾ ਬਿਮਾਰ ਪੈ ਜਾਂਦਾ ਹੈ, ਕਦੀ ਪਸ਼ੂ ਬਿਮਾਰ ਹੋ ਜਾਂਦੇ, ਕਦੀ ਫਸਲ ਖਰਾਬ ਹੋ ਜਾਂਦੀ। ਤੇ ਕਹਿੰਦੇ ਉਹ ਸਾਧੂ ਨੇ ਆਖਿਆ, ਮੈਂ ਤੈਨੂੰ ਇਹਦੀ ਜੁਗਤੀ ਦੱਸਾਂ ਵੀ ਤੇਰੇ ਘਰੋਂ ਦੁੱਖ ਦਲਿੱਦਰ ਦੌੜ ਜਾਣ। ਕਹਿੰਦੀ ਮੇਰੇ ਸਹੁਰਾ ਸਾਹਿਬ ਨੇ ਹੱਥ ਜੋੜ ਕੇ ਆਖਿਆ, ਮਹਾਤਮਾ ਜੀ ਦੱਸੋ, ਜੇ ਕੋਈ ਇਹੋ ਜਿਹੀ ਦਵਾਈ ਹੈ ਤੇ ਧਿਆਨ ਦਿਓ, ਗੁਰੂ ਕੇ ਸਿੱਖੋ, ਮਨ ਨੂੰ ਟਿਕਾ 'ਚ ਰੱਖਿਓ। ਉਹ ਮਹਾਤਮਾ ਕਹਿ ਗਿਆ ਵੀ ਸਾਰਾ ਪਰਿਵਾਰ ਇਕੱਠਾ ਬਹਿ ਕੇ ਹੱਥ ਜੋੜ ਕੇ ਰਾਤ ਨੂੰ ਰਹਿ ਰਸ ਦੀ ਬਾਣੀ ਸੰਦੀਵਲੀ ਕਰਨੀ, ਜਿੰਨਾ ਚਿਰ ਜਿਉਂਦੇ ਹੋ ਤੁਸੀਂ ਕਰ ਲਿਓ, ਅੱਗੇ ਆਉਣ ਵਾਲੀ ਨਸਲ ਨੂੰ ਲਾ ਜਿਓ। ਜਿਹੜੇ ਘਰ ਵਿੱਚ ਰਾਤ ਨੂੰ ਸਾਰਾ ਟੱਬਰ ਬਹਿ ਕੇ ਇਕੱਠੇ ਰਹਿ ਰਸ ਦੀ ਬਾਣੀ ਪੜ੍ਹਦੇ ਆ ਨਾ, ਦੁੱਖ ਰੋਗ ਸੰਤਾਪ ਉਤਰੇ। ਕੀ ਕੀਤਾ? ਸਿੱਖਾ ਮੱਥਾ ਟੇਕਣ ਵਾਲੀ ਕਹਾਣੀ ਮੁਬਾਰਕ ਹੈ, ਫੁੱਲ ਚੜਾਉਣ ਵਾਲੀ ਕਹਾਣੀ ਮੁਬਾਰਕ ਆ, ਤੇਰੀ ਸ਼ਰਧਾ ਹੈ, ਜਿਤਨਾ ਮਰਜੀ ਕਰ, ਮਗਰ ਜੋ ਗੁਰੂ ਨੇ ਕਿਹਾ, ਗੁਰ ਪੂਰੇ ਸੱਚ ਕਿਹਾ। ਬੋਲੋ ਹਾਂ ਭਲਾ, ਕੀ ਵੀ ਰਹਿ ਰਸ ਦੀ ਬਾਣੀ ਰੋਜ਼ ਪਰਿਵਾਰ ਇਕੱਠਾ ਬਵੇ। ਇੱਕ ਵੱਡੀ ਘਰ ਦੀ ਨੌ ਜਿਹੜੀ ਅੱਗੇ ਅੱਗੇ ਕਹੇ, ਹਰ ਕੇ ਜਨ ਸਤ ਗੁਰ ਸਤ ਪੁਰਖਾ,
बिनो करो गुर पास। हम कीरे किरम सतगुर शरणाई, कर दया नाम परगास। किते अंदरों आवाज उठे मेरे मीत गुरदेव, मोको राम नाम परगास। गुरमत नाम मेरा प्राण सखाई, हर कीरत। किते सारे टब्बर के मूँह चो निकले हमरी करो हाथ दे रचा, पूरन होए तब चरणन मन रहे हमारा, अपना जान करो हमरे दुष्ट सबे तुम कावो आप। महात्मा कह गया ये बाणी रोज पढ़िया करो, बाबा नानक ताडे घर दे चार चफेरे लीक मार दू, चौगिरद हमारे राम कार। ते गारंटी दे जू अज तो बाद दुख लगे ना। जिन्ना अज दुखी हो ना संसार दे लोगों, टीवी ते सुनने वाले हो, कोई पुत तो दुखी, कोई धी तो दुखी, कोई शरीर तो दुखी, प्रॉब्लमां तो दुखी। ये सारे दुख तुहाडे ते मेरे पिछों लथ सकते ने जे तुसी फिर कदी दृढ़ करके वो गुरु का बचन मान लो भी आवो सिख सतगुरु के प्यारे हो, गावो सच्ची बाणी। तुहाडे घरां च अमृत वेले 1 मिनट कह के सिंह साहब का सुनेहा आया भी शब्द पूरा करना। शब्द वैसे अज 2-4 लाइनां दा ही आ, पूरा हो जाना है गुरु की कृपा नाल। अख वाहिगुरू। इन्ना क नोट करियो, बाणी विच बड़ियां कला ने। बंदियों रब बनावन वाली, बंदियों रब बनावन वाली ये जिहड़ी बाणी है। तो फिर बाणी च भी इस तरह लिखिया भी ये जिहड़ी बाणी आ, ये पढ़न वाला किसी ने आख्या सतगुरु जी असी बाणी पढ़न तो बाद रब नूं मिलना चाहुंदे आ, कोई जुगतियां दसो। बाणी तुहाडे कहण ते पढ़ के ते साडी मंजिल की आ, साडी इच्छा है सानू रब मिले। खिड़खड़ा के हस्या मेरा साहिब, सुनो ध्यान नाल, खिड़खड़ा के हस्या मेरा साहिब, कहंदा तू रब नूं वेखना क्यों चाहुंदा है। बाणी पढ़िया कर एक मन एक चित हो के। मैं तेनू गारंटी देना जे प्रेम नाल कदी जपजी साहब पढ़ेगा, बोल बोल के पढ़ेगा। हुण तां सारे लोग टैलीफोन चों सुणदे, आखो वाहिगुरू। उधरों टैलीफोन चों बाणी शुरू हो जाती, उधरों सरदार हणी सुरत करके पता नहीं किधर दे किधर निकल जाते। जदों तुसी पढ़ोगे ना बाणी तो तुहाडी एनर्जी पढ़न ते लगूगी, तो तुसी उत्थे ही रहोगे हाजिर जिथे पढ़ रहे हो। तो बाबे ने कहा तू बाणी प्रेम नाल पढ़िया कर, तू रब नूं वेखण दी इच्छा क्यों करदा। मैं तेनू गारंटी देना प्रेम नाल बाणी पढ़न वाले एक दिन रब दा रूप हो जाएगा। आओ हुण अज दे शब्द दी विचार करिए। शब्द बड़े प्यारे ने, भगत रविदास जी दे ने। श्री राग दा लास्ट भगत बाणी दा ये वचन है। किन्ना क प्यार भरता किते, इन्नी गलवकड़ी पा के आख्या सानू उलामे देंदे हो, तुसी पाप करदे हो, तुसी पुन्न करदे हो, तुसी बड़ा कुछ करदे हो, तुसी बेमुख हो। मगर बेमुख नूं सन्मुख करन वाला भी तेनू तां ही कहा है। जे असी पहलों बेमुख होए तो तेनू क्या बेमुख तो अमृत की दात दे के तू गुरमुख करन वाला है। अख वाहिगुरू। जे असी पाप किते ते तेरा नां रखिया अफूल गुनाह है। बोलो भला केड़ी बाणी च लिखिया? शाबाश भागां वाले हो, भुल्लिओ ना जाप साहब के अफूल के शाहान के कारण के रोजी। ये जड़ा लिखिया है भी तू सारे पाप करदा है, माफ़ कर देना है, बख्श देना है। ये असी पाप किते ते तेनू बख्शंद आख्या, तेनू अफूल गुनाह आख्या, तेनू सारे पाप माफ़ करन वाला क्या। जो पे हमना पाप करंता, बड़ा सोहना शब्द है, सारे समझ के पढ़ियो, उतो तो ना डा दियो। जो पे हमना, हे वाहिगुरू जे असी तो पतत पावन अहे अनंता, तो पतत पावन नाम कैसे उमता। समझ आ गई जी? जे असी पाप ना करते
ਤੇ ਤੇਰਾ ਨਾਮ ਪਤਤ ਪਾਵਨ ਕੌਣ ਰੱਖਦਾ। ਅਸੀਂ ਪਾਪ ਕੀਤੇ ਤੇ ਤੈਨੂੰ ਪਾਪ ਮਾਫ ਕਰਨ ਵਾਲਾ ਕਿਹਾ। ਅਸੀਂ ਮੈਲੇ ਹੋਏ ਤੇ ਤੈਨੂੰ ਆਖਿਆ ਹਮ ਮੈਲੇ ਤੇ ਤੁਮ, ਅਸੀਂ ਮੈਲੇ ਹੋਏ ਤੇ ਤੂੰ ਪਾਕ ਪਵਿੱਤਰ ਕਰਨ ਵਾਲਾ ਬਣਿਓ। ਇਹ ਸ਼ਬਦ ਆ ਅੱਜ ਦਾ, ਇਹਦੇ ਦੁਆਲੇ ਸਾਰਾ ਸ਼ਬਦ ਘੁੰਮਦਾ। ਆਖੋ ਵਾਹਿਗੁਰੂ। ਸ਼ਬਦ 'ਚ ਆਰੰਭ 'ਚ ਬੜੀ ਨਿਰਭੈਤਾ ਨਾਲ, ਬੜੀ ਪਿਆਰ ਦੀ ਭਾਸ਼ਾ ਨਾਲ ਭਗਤ ਰਵਿਦਾਸ ਕਹਿੰਦਾ ਹੈ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਅਲੱਗ ਕਿਸ ਤਰ੍ਹਾਂ ਹੋ ਗਏ, ਮੱਛੀ ਤੇ ਪਾਣੀ ਅਲੱਗ ਹੋ ਕਿਸ ਤਰ੍ਹਾਂ ਹੋ ਗਏ, ਭਗਤ ਤੇ ਰੱਬ ਅਲੱਗ ਕਿਸ ਤਰ੍ਹਾਂ ਹੋ ਗਏ, ਸਿੱਖ ਤੇ ਗੁਰੂ ਅਲੱਗ ਕਿਸ ਤਰ੍ਹਾਂ ਹੋ ਗਏ। ਸੁਣਿਓ ਗੁਰੂ ਕੇ ਸਿੱਖੋ। ਕਿਸੇ ਨੇ ਕਿਹਾ ਮੈਂ ਸਿੱਖ ਵੇਖਣਾ ਹੈ। ਸੁਣੋ ਮੈਂ ਕੀ ਕਿਹਾ ਭਲਾ, ਇੱਕ ਵਾਰ ਬੋਲੋਗੇ? ਮੈਂ ਉੱਚੀ ਬੋਲੋ। ਤੇ ਕਿਸੇ ਨੇ ਇਹ ਨਹੀਂ ਕਿਹਾ ਉੱਥੋਂ ਜਾ ਕੇ ਵੇਖ ਲਾ, ਉੱਥੋਂ ਜਾ ਕੇ ਵੇਖ ਲਾ। ਉਹ ਜੁੜਿਆ ਸੀ ਜਿਹਨੂੰ ਕਿਹਾ ਮੈਂ, ਉਹਨੇ ਕਿਹਾ ਸੱਜਣਾ ਜੇ ਸਿੱਖ ਦੇ ਦਰਸ਼ਨ ਕਰਨੇ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਕਰ। ਸਿੱਖ ਕਿਸ ਤਰ੍ਹਾਂ ਦਾ ਹੁੰਦਾ, ਇੱਥੋਂ ਦੀਆਂ ਕੋਟਾਂ ਤੇ ਸਿੱਖ ਦੀ ਪਰਿਭਾਸ਼ਾ ਲਿਖ ਦੇਣਗੀਆਂ। ਆਖੋ ਵਾਹਿਗੁਰੂ। ਕਦੀ ਟੋਪੀ ਵਾਲੇ ਨੂੰ ਸਹਿਜਧਾਰੀ ਕਹਿ ਕੇ ਕਹਿਣਗੇ ਇਹ ਵੀ ਸਿੱਖ ਆ, ਕਦੀ ਕਹਿਣਗੇ ਇਹ ਵੀ ਸਿੱਖ ਆ। ਕਿਤੇ ਆਪਣੇ ਬਾਪੂ ਤੋਂ ਪੁੱਛ ਸਿੱਖ ਕੌਣ ਆ। ਸੋ ਸਿੱਖ ਸਖਾ ਬੰਦਪ ਹੈ ਭਾਈ। ਪੂਰੀ ਇਕਾਗਰਤਾ ਚ ਰਹੋ। ਸੋ ਸਿੱਖ ਸਖਾ ਕਿਹੜਾ 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 ਕਿਹੜਾ, ਜੇ ਜੋ ਨਹੀਂ, ਜੇ ਗੁਰ ਕੇ। ਤੇ ਅੱਜ ਅਸੀਂ ਭਾਣੇ ਦੀ ਜਗ੍ਹਾ ਤੇ ਇਸ ਪਾਸੇ ਨੂੰ ਮੂੰਹ ਕਰ ਬੈਠੇ, ਇਧਰੋਂ ਮੂੰਹ ਐ ਨੂੰ ਕਰ ਬੈਠੇ ਸੰਸਾਰ ਨੂੰ। ਸੰਸਾਰ ਕੋਲੋਂ ਸਿੱਖਦੇ ਸਿੱਖੀ ਕੀ ਹੈ? ਏਅਰਪੋਰਟਾਂ ਤੇ ਟੋਪੀਆਂ ਪਾ ਕੇ ਸੰਸਾਰ ਕੋਲੋਂ ਸਿੱਖਦੇ ਆ। ਵੇਖੋ ਜੀ ਅੰਦਰ ਤੇ ਸਿੱਖੀ ਹੈਗੀ। ਆਖੋ ਵਾਹਿਗੁਰੂ। ਗੱਜ ਕੇ ਬੋਲੋ ਨਾ। ਵੇਖ ਕਿੰਨੇ ਸੋਹਣੇ ਬਚਨ ਬਾਪੂ ਨੇ ਆਪਣੀ ਕਲਮ ਨਾਲ ਗੁਰੂ ਅਮਰਦਾਸ ਮਹਾਰਾਜ ਦੇ ਉਚਾਰਨ ਕੀਤੇ, ਦਰਜ ਕੀਤੇ ਗੁਰੂ ਗ੍ਰੰਥ ਸਾਹਿਬ 'ਚ। ਤੂੰ ਸਿੱਖ ਦੀ ਪਰਿਭਾਸ਼ਾ ਕਿਸੇ ਨੂੰ ਨਾ ਪੁੱਛਣ ਜਾਈ, ਤੂੰ ਸਿੱਖ ਦੀ ਪਰਿਭਾਸ਼ਾ ਪੁੱਛੀ ਗੁਰੂ ਗ੍ਰੰਥ ਸਾਹਿਬ ਜੀ ਤੋਂ। ਜੇ ਗੁਰ ਕੇ ਭਾਣੇ, ਭਾਣੇ ਦਾ ਮਤਲਬ ਕੋਈ ਹਊਆ ਨਾ ਸਮਝਣਾ, ਹੁਕਮ ਹੁੰਦਾ। ਸਿੱਖ ਉਹ ਆ ਜਿਹੜਾ ਗੁਰੂ ਦੇ ਹੁਕਮ 'ਚ ਚੱਲਦਾ, ਹੁਕਮ 'ਚ ਚੱਲਦਾ। ਤੇ ਜਿਹੜੇ ਲੋਕਾਂ ਨੇ ਆਪਣੀ ਸਿੱਖੀ ਬਣਾ ਲਈ, ਆਖੋ ਵਾਹਿਗੁਰੂ। ਗੱਜ ਕੇ ਬੋਲੋ ਨਾ। ਆਪਣੀ ਸਿੱਖੀ ਦੀ ਪਰਿਭਾਸ਼ਾ ਬਣਾ ਲਈ, ਰਹਿ ਰਸਾਂ ਆਪਣੀਆਂ ਬਣਾ ਲੀਆਂ, ਨਿਤਨੇਮ ਆਪਣੇ ਬਣਾ ਲਏ, ਮੂਲ ਮੰਤਰ ਆਪਣੇ ਬਣਾ ਲਏ, ਆਪੇ ਹੀ ਸਿੱਖੀ ਆਪਣੀ ਘੜ ਲਈ। ਉੱਥੇ ਲਿਖਿਆ ਜੇ ਆਪਣ ਭਾਣੇ ਜੋ, ਆਪਣੇ ਭਾਣੇ ਨਹੀਂ, ਆਪਣ ਭਾਣੇ ਜੋ ਚੱਲੇ ਭਾਈ। ਬੋਲਦੇ ਨਹੀਂ ਜੇ ਉਹ ਵਿਛੜ ਤੇ ਖਾਂਡਿਆ ਪੰਥਕ ਨਹੀਂ। ਅੱਜ ਇਸ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਰਾਲੇ ਪੰਥ ਚੋਂ 75% ਲੋਕ ਸੰਪਰਦਾਈ ਨੇ, ਸੰਪਰਦਾਈ ਨੇ। ਆ ਬਚਨ ਕਰਨਗੇ ਹੁਣ ਮੇਰੇ ਸਤਿਗੁਰੂ ਪਾਤਸ਼ਾਹ ਅੱਗੇ ਜਾ ਕੇ, ਬੜਾ ਸੋਹਣਾ ਕਹਿਣਗੇ। ਆਖੋ ਵਾਹਿਗੁਰੂ। ਆਪਣ ਭਾਣੇ ਜੋ ਚੱਲੇ ਭਾਈ, ਵਿਛੜ ਰਹਿਣੀ ਰਹਿ। ਇਹਦੇ ਤੋਂ ਬਿਨਾਂ ਹੋਰ ਕਿਸੇ ਨੂੰ ਪੁੱਛਣ ਦੀ ਕੀ ਜ਼ਰੂਰਤ ਆ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿ ਗਏ ਨੇ ਵੀ ਸਿੱਖ ਭਾਈ ਉਹ ਆ ਜਿਹੜਾ। ਇੱਕ ਵਾਰ ਮੇਰਠ ਤੋਂ 300 ਸਾਲੇ ਦੇ ਉੱਤੇ 5 ਬੱਸਾਂ ਗਈਆਂ ਤੇ ਮੈਨੂੰ ਕਹਿੰਦੇ ਜੀ ਤੁਸੀਂ ਇਸ ਤਰ੍ਹਾਂ ਜਿਹੜਾ ਕਰਦੇ ਵੀ ਵਿਖਾਵਾ ਕਰਕੇ ਝੰਡੀ ਵਿਖਾ ਕੇ ਤੋਰਨੀ ਆ ਸੰਗਤ। ਮੈਂ ਕਿਹਾ ਕਿੱਧਰ ਨੂੰ? ਕਹਿੰਦੇ ਆਨੰਦਪੁਰ ਸਾਹਿਬ ਨੂੰ। ਆਖੋ ਵਾਹਿਗੁਰੂ। ਮੈਂ ਕਿਹਾ ਕਿੰਨੇ ਚੱਲੇ? ਉਹ ਕਹਿੰਦੇ 5 ਬੱਸਾਂ ਭਰ ਕੇ ਚੱਲੀਆਂ। ਮੈਂ ਕਿਹਾ ਕੌਣ? ਕਹਿੰਦੇ ਸਿੱਖ। ਮੈਂ ਕਿਹਾ ਉਹਨੇ ਸਕਰੀਨਿੰਗ ਵਾਲਾ ਲਾਇਆ ਜੇ ਅੱਗੇ, ਆਨੰਦਾਂ ਦੀ ਪੁਰੀ ਵਾਲੇ ਨੇ, ਉਹਦੇ ਵਿੱਚੋਂ ਦੀ ਲੰਘਣਾ ਪੈਣਾ ਜੇ। ਜਦੋਂ ਏਅਰਪੋਰਟ ਤੇ ਜਾਓ ਤੇ ਨਜਾਇਜ਼ ਕੋਈ ਚੀਜ਼ ਹੋਵੇ ਨਾ ਤੇ ਉਹ ਟਰਨ ਕਰਨ ਲੱਗ ਪੈਂਦੀ ਕਿ ਨਹੀਂ? ਬੋਲੋ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀ ਇੱਕ ਦਰਵਾਜ਼ਾ ਉੱਥੇ ਬਣਾਇਆ ਜੇ, ਉਹਦੇ ਦੇ ਵਿੱਚੋਂ ਦੀ ਲੰਘਣ ਲੱਗੇ ਜਿਹੜੇ ਆਪਣੇ ਆਪ ਨੂੰ ਸਿੱਖ ਕਹਿੰਦੇ ਜੇ ਨਾ, ਉਹ ਬੋਲ ਪੈਣੀ ਜੇ। ਇਹਨਾਂ ਦੇ ਦਾੜੇ ਤੇ ਹੈਗੇ ਜੇ, ਇਹਨਾਂ ਦੀਆਂ ਪੱਗਾਂ ਹੈਗੀਆਂ ਜੇ, ਮਗਰ ਮਹਾਰਾਜ ਇਹ ਸਿੱਖ ਨਹੀਂ ਜੇ। ਇੱਥੇ ਤੇ ਖੰਨਿਓ ਤਿੱਖੀ ਵਾਲੋਂ ਨਿੱਕੀ ਵਾਲਾ ਰਸਤਾ ਹੈ। ਕਿਤੇ ਤੁਸੀਂ ਕਹੋ ਗੁਰੂ ਲਿਹਾਜ਼ ਕਰ ਲੈ। ਗੁਰੂ ਲਿਹਾਜ਼ ਕਰਦਾ ਤੇਰੇ ਕੋਲੋਂ ਪਾਪ ਹੋ ਗਿਆ ਹੋਵੇ, ਗੁਰੂ ਲਿਹਾਜ਼ ਕਰਦਾ ਤੇਰੇ ਕੋਲੋਂ ਕੋਈ ਗੁਨਾਹ ਹੋ ਗਿਆ ਹੋਵੇ ਤੇ ਬਖਸ਼ ਦਿੰਦਾ ਹੈ। ਜੇ ਕੁਰੈਤ ਹੋਈ ਆ ਨਾ, ਕੁਰੈਤ ਸੁਣ ਗੁਰੂ ਕੇ ਸਿੱਖਾਂ ਮੈਂ ਕੀ ਕਿਹਾ, ਕੀ ਸ਼ਬਦ ਬੋਲਿਆ? ਫਿਰ ਤੇ ਦੁਬਾਰਾ ਤੈਨੂੰ ਪੰਜਾਂ ਦੇ ਸਾਹਮਣੇ ਪੇਸ਼ ਹੋਣਾ ਪੈਣਾ ਹੈ, ਫਿਰ ਬਖਸ਼ਿਆ ਜਾਏਗਾ। ਆਖੋ ਵਾਹਿਗੁਰੂ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਇੱਥੇ ਹੁਣ ਭਾਰ ਪਾਇਓ ਇਸ ਗੱਲ ਤੇ, ਕੰਨ ਕਟਕ ਜਲ ਤਰੰਗ ਜੈਸਾ। 2 ਪ੍ਰਮਾਣ ਦਿੱਤੇ। ਤੇਰਾ ਤੇ ਮੇਰਾ ਇੰਨਾ ਕੀ ਫਰਕ ਆ। ਧਿਆਨ ਦਿਓ ਜੀ ਗੁਰੂ ਕੇ ਸਿੱਖੋ। ਤੇਰਾ ਤੇ ਮੇਰਾ
ਇਹਨਾਂ ਕੀ ਫਿਰਕਿਆ ਇੱਕ ਸੋਨਾ ਤੇ ਸੋਨੇ ਦਾ ਗਹਿਣਾ। ਜੇ ਕਦੀ ਅੱਜ ਤੁਹਾਡੀ ਸੁਰਤ ਜੁੜੀ ਆ ਤੇ ਬੜੀ ਗਹਿਰੀ ਤਸਵੀਰ ਭਗਤ ਰਵਿਦਾਸ ਨੇ ਵਿਖਾਈ, ਇੱਕ ਸੋਨਾ ਤੇ ਇੱਕ ਸੋਨੇ ਦਾ ਕੜਾ, ਕਟਕ ਕੜਾ। ਆਖੋ ਵਾਹਿਗੁਰੂ। ਜੁੜਿਓ ਜੀ, ਸੁਣ ਰਹੇ ਹੋ ਨਾ? ਇੱਕ ਸੋਨਾ ਤੇ ਇੱਕ ਸੋਨੇ ਦਾ। ਜੇ ਸੋਨੇ ਦਾ ਕੜਾ ਥੱਪਣਾ ਹੋਵੇ ਨਾ ਤੁਸੀਂ 24 ਕੈਰਟ ਦਾ, ਤੇ ਥੱਪਿਆ ਨਹੀਂ ਜੇ ਜਾਂਦਾ। ਕਿਸੇ ਸੁਨਿਆਰੇ ਨੂੰ ਪੁੱਛ ਕੇ ਵੇਖੋ, ਕੋਈ ਜਿਹੜਾ ਸੁਨਿਆਰੇ ਦਾ ਕੰਮ ਕਰਦਾ ਉਹਨੂੰ ਪੁੱਛ ਕੇ ਵੇਖੋ, 24 ਕੈਰਟ ਦੇ ਸੋਨੇ ਦਾ ਕੜਾ ਥੱਪ ਦੋਗੇ, ਕਹਿੰਦੇ ਥੱਪਿਆ ਹੀ ਨਹੀਂ ਜਾਣਾ। ਕੀ ਕਰਨਾ ਪਊ? ਉਹਦੇ 'ਚ ਥੋੜ੍ਹੀ ਜਿਹੀ ਮਿਲਾਵਟ ਕਰਨੀ ਪੈਣੀ, ਭਾਵੇਂ ਤਾਂਬੇ ਦੀ ਕਰੇ, ਭਾਵੇਂ ਕਿਸੇ ਚੀਜ਼ ਦੀ, ਜਿਹੜਾ ਉਹ ਮਾਹਰਾ ਕਰੇ। ਜਿੰਨਾ ਚਿਰ ਮਿਲਾਵਟ ਨਹੀਂ, ਸੋਨੇ ਦਾ ਦੂਸਰਾ ਰੂਪ ਨਹੀਂ ਬਣਿਆ। ਅੱਜ ਇਹ ਕੌਮ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕੋਈ ਸੇਠੀ ਹੈ, ਕੋਈ ਚੱਡਾ ਹੈ, ਕੋਈ ਨਾਰੰਗ ਹੈ, ਕੋਈ ਗਿੱਲ ਹੈ, ਕੋਈ ਸੰਧੂ ਹੈ, ਕੋਈ ਨਾਨਕਸਰ ਵਾਲਾ ਹੈ, ਕੋਈ ਰਾੜੇ ਵਾਲਾ ਹੈ, ਕੋਈ ਅਖੰਡ ਕੀਰਤਨੀਆ ਹੈ, ਕੋਈ ਟਕਸਾਲ ਵਾਲਾ ਹੈ, ਕੋਈ ਕੁਛ ਹੈ। ਇਹ ਵੱਖਰੇ ਵੱਖਰੇ ਰੂਪ ਕਿੱਦਣ ਬਣੇ? ਸੋਨੇ 'ਚੋਂ ਗਹਿਣੇ ਦੇ ਵੱਖਰੇ ਰੂਪ ਕਿੱਦਣ ਬਣਦੇ? ਜਦੋਂ ਉਹਦੇ 'ਚ ਮਿਲਾਵਟ ਹੁੰਦੀ। ਸਿੱਖਾ ਜੇ ਪੰਥ ਦੀ ਏਕਤਾ ਕਰਨੀ ਹੋ ਨਾ, ਆਖੋ ਵਾਹਿਗੁਰੂ, ਤੇ ਉਹ ਜਿਹੜੀ ਵਿੱਚ ਮਿਲਾਵਟ ਕੋਈ ਸੰਪਰਦਾ, ਧਿਆਨ ਦਿਓ ਗੁਰੂ ਕੇ ਸਿੱਖੋ, ਅਕਾਲ ਤਖਤ ਸਾਹਿਬ ਦੀ ਮਰਿਆਦਾ ਤੋਂ ਬਾਗੀ ਹੋ ਕੇ ਆਪਣੀ ਮਰਿਆਦਾ ਉਦਣ ਲਿਖਦੀ ਜਿੱਦਣ ਉਹਦੇ 'ਚ ਕੋਈ ਖੋਟ ਪੈਂਦੀ। ਉਸ ਤਰ੍ਹਾਂ ਇਹ ਤੁਸੀਂ ਘਰ ਜਾ ਕੇ ਚਿੱਤਿਓ, ਇਸ ਚੌਂਕੀਦਾਰ ਦੀ ਕਹਾਣੀ, ਪੰਥ ਦੇ ਦਰਦ ਦੀ ਕਹਾਣੀ। ਆਖੋ ਵਾਹਿਗੁਰੂ। ਬਹੁਤ ਸਾਰੇ ਲੋਕੀ ਗੁਰੂ ਕੇ ਸਿੱਖ ਮੇਰੀ ਲੈਣ ਦੇ ਮੈਨੂੰ ਮਜ਼ਾਕ ਕਰਦੇ, ਤੂੰ ਪੰਥ 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 ਕਰਦਾ ਰਹਿਣਾ ਹੈ। ਕਿਉਂ ਨਾ ਕਰਾਂ, ਕਿਉਂ ਨਾ ਕਰਾਂ ਪੰਥ ਪੰਥ। ਇਸ ਪੰਥ ਸਾਜਣ ਨੂੰ ਤੁਸੀਂ ਆ ਪਿਛਲੇ 5 ਦਿਨਾਂ ਤੋਂ ਸੁਣ ਰਹੇ, ਕੋਈ ਨੀਹਾਂ 'ਚ ਖਲੋਤਾ, ਕੋਈ ਚਮਕੌਰ ਦੀ ਗੜੀ 'ਚ ਪੁਰਜਾ ਪੁਰਜਾ ਹੋ ਕੇ ਡਿੱਗ ਪਿਆ ਸਪੰਥ ਸਾਜਣ ਨੂੰ, ਤੇ ਫਿਰ ਵੀ ਅਰਦਾਸ ਕਰ ਗਿਆ, ਪੰਥ ਵਸੇ। ਤੁਹਾਡੀ ਜ਼ਮੀਰ ਮਰ ਗਈ ਹੋਊਗੀ, ਮੈਨੂੰ ਤਾਂ ਬੋਲਣ ਦਿਓ। ਤੁਹਾਡੇ ਕੋਲੋਂ ਨਾ ਬੋਲਿਆ ਜਾਂਦਾ ਹੋਊਗਾ ਪੰਥ ਲਈ। ਮੇਰੀ ਇਹ ਭਾਵਨਾ ਵੀ ਇੱਕ ਸੋਨੇ 'ਚੋਂ ਜਿਸ ਤਰ੍ਹਾਂ ਗਹਿਣਾ ਬਣਿਆ ਤੇ ਉਹਦੇ 'ਚ ਕੀ ਪਈ? ਮਿਲਾਵਟ ਪਈ। ਜਿੱਦਣ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਤੋਂ ਬਾਗੀ ਹੋ ਕੇ ਕੋਈ ਆਪਣਾ ਬਾਣਾ, ਆਪਣਾ ਸਰੂਪ, ਆਪਣੀ ਮਰਿਆਦਾ, ਆਪਣਾ ਆਪਣਾ ਕੰਮ ਚਲਾਉਂਦਾ, ਡੇਰਾ ਚਲਾਉਂਦਾ ਹੈ, ਆਖੋ ਵਾਹਿਗੁਰੂ, ਸਮਝ ਲਓ ਉਹਦੀ ਸੁਰਤ ਵਿੱਚ ਕਿਤੇ, ਗੱਜ ਕੇ ਬੋਲ ਲਓ ਫਿਰ ਮੈਂ ਅੱਗੇ ਤੁਰਾਂ, ਮਿਲਾਵਟ ਪਈ ਤਾਂ ਵੱਖਰੀ ਸੰਪਰਦਾ ਬਣੀ। ਨਹੀਂ ਤੇ ਪੰਥ ਹੀ ਬੜਾ ਸੀ, ਨਹੀਂ ਤੇ ਬੜਾ ਸੋਹਣਾ ਪੰਥ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ। ਸਾਡੀ ਪੱਗ ਇੱਕ ਤਰ੍ਹਾਂ ਦੀ ਨਹੀਂ। ਸੁਣੋ ਗੁਰੂ ਕੇ ਸਿੱਖੋ, ਇੱਕ ਪੱਗ ਤੋਂ ਪਛਾਣਿਆ ਜਾਂਦਾ ਵੀ ਇਹ ਮਿਸ਼ਨਰੀ ਹੈ, ਇੱਕ ਪੱਗ ਤੋਂ ਪਛਾਣਿਆ ਜਾਂਦਾ ਇਹ ਟਕਸਾਲੀ ਹੈ, ਇੱਕ ਦਮਾਲੇ ਤੋਂ ਸਜਾਣਿਆ ਜਾਂਦਾ ਇਹ ਅਖੰਡ ਕੀਰਤਨ ਵਾਲਾ ਹੈ, ਇੱਕ ਦਮਾਲੇ ਤੋਂ ਸਜਿਆ ਜਾਂਦਾ ਵੀ ਇਹ ਨਾਨਕਸਰ ਵਾਲਿਆਂ ਦੀ ਪੱਗ ਆ, ਇਹ ਰਾੜਾ ਸਾਹਿਬ ਵਾਲਿਆਂ ਦੀ ਪੱਗ ਆ। ਗੁਰੂ ਕਿਆ ਸਿੱਖਾ, ਕਦੀ ਇਹਦੇ ਸਾਹਮਣੇ ਜਾ ਕੇ ਖਲੋਏਗਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵੀ ਮੈਂ ਤੈਨੂੰ ਵੱਖਰਾ ਵੱਖਰਾ ਕਰਕੇ ਆਇਆ ਸਾਂ? 4 ਵਰਨ ਇੱਕ ਵਰਨ ਕਰਾਉ, ਬੋਲੋ ਜਰਾ ਕਲੇਜੇ ਚੋਂ ਬੋਲੋ, 4 ਵਰਨ ਇੱਕ, ਤਬੇ ਗੋਬਿੰਦ ਸਿੰਘ ਨਾਮ ਕਹਾਉ, ਤਬੇ ਗੋਬਿੰਦ ਸਿੰਘ। ਫਿਰ ਮੈਨੂੰ ਇੱਕ ਬੰਬੇ ਕਹਿੰਦਾ ਸੀ ਵੀ ਇਹਦਾ ਕੁਝ ਇਲਾਜ ਹੋ ਸਕਦਾ ਹੈ? ਆਖੋ ਵਾਹਿਗੁਰੂ। ਇਸ ਵਖਰੇਵਿਆਂ ਦਾ ਜਿਹੜੀ ਕੌਮ ਵੰਡੀ ਗਈ ਆ, ਵੰਡੀ ਗਈ ਕਿ ਨਹੀਂ? ਬੋਲੋ ਨਾ ਗੁਰੂ ਕਿਸੇ ਜਾਤ ਪਾਤਾਂ ਵਿੱਚ ਵੱਖਰੇ ਵੱਖਰੇ ਸਰੂਪਾਂ 'ਚ ਵੰਡੀ ਗਈ, ਇਹ ਇਕੱਠੀ ਹੋ ਸਕਦੀ? ਮੈਂ ਕਿਹਾ ਗੁਰਬਾਣੀ 'ਚ ਜੁਗਤੀ ਦੱਸੀ, ਗੁਰਬਾਣੀ ਵਿੱਚ ਸਾਰੇ ਗਹਿਣੇ ਇਕੱਠੇ ਕਰ ਦਿਓ, ਅੱਗ ਦੀ ਭੱਠੀ ਤੇ ਰੱਖ ਦਿਓ। ਬੋਲੋ ਨਾ ਗੁਰੂ ਕਿਸੇ ਕੋ, ਅੱਗ ਦੀ। ਹੁਣ ਭੱਠੀ ਦੇ ਉੱਤੇ ਚੈਨੀ ਰੱਖਤੀ, ਮੁੰਦਰੀ ਰੱਖਤੀ, ਕੜਾ ਰੱਖਤਾ, ਜੋ ਕੁਝ ਵਾਲੀਆਂ ਰੱਖਤੀਆਂ, ਇਹਦੇ ਵਿੱਚੋਂ ਉਹ ਸੜ ਗਈ। ਕੀ? ਸੋਨਾ ਨਹੀਂ ਜੇ ਸੜਦਾ, ਧਿਆਨ ਦਿਓ, ਸੋਨਾ ਨਹੀਂ ਜੇ ਸੜਦਾ, ਕੀ ਮਲਦੀ? ਮਿਲਾਵਟ ਸੜਦੀ। ਜਦੋਂ ਮਿਲਾਵਟ ਸੜ ਜਾਂਦੀ ਤੇ ਪੰਜਵੇਂ ਪਾਤਸ਼ਾਹ ਦਾ ਹੁਕਮਨਾਮਾ ਰੋਜ਼ ਪੜ੍ਹਦੇ ਹੋ, ਅਲੰਕਾਰ ਮਿਲ, ਅੱਗ ਤੇ ਰੱਖਤੀ, ਮੈਲ ਸੜ ਗਈ, ਐਡੀ ਢੇਲੀ ਬਣ ਗਈ। ਨਿੱਕੇ ਜਿਹੇ ਬੱਚੇ ਨੂੰ ਪੁੱਛਿਆ ਸੀ ਇਹ ਕੀ ਆ? ਕਹਿੰਦਾ ਅੰਕਲ ਜੀ ਇਹਦਾ ਨਾਂ ਕੜਾ ਹੈ, ਇਹ ਕੜੇ ਦੀ ਸ਼ੇਪ ਵੱਖਰੀ ਬਣੀ, ਵੱਖਰਾ ਲਿਆ। ਆਖੋ ਵਾਹਿਗੁਰੂ। ਫਿਰ ਪੁੱਛਿਆ ਆ ਕੀ ਆ? ਕਹਿੰਦੇ ਇਹ ਕੰਨਾਂ ਦੀਆਂ ਵਾਲੀਆਂ ਨੇ, ਇਹਨਾਂ ਨੂੰ ਕੰਨਾਂ 'ਚ ਬੀਬੀਆਂ ਪਾਉਂਦੀਆਂ, ਇਹ ਵਾਲੀ ਆ ਕਿਉਂਕਿ ਸਰੂਪ ਵੱਖਰਾ ਬਣਿਆ ਸੀ। ਪਕੜ ਰਹੇ ਹੋ ਜੀ?
ਇਹਨੂੰ ਚੇਨ ਕਹਿੰਦੇ ਨੇ ਗਲ 'ਚ ਪਾਉਣ ਵਾਲੀ, ਹੈ ਸੋਨਾ, ਨਾਮ ਤਿੰਨ ਲੈ। ਜਿੰਨਾ ਚਿਰ ਵਿੱਚ ਖੋਟ ਸੀ, ਸੱਚਮੁੱਚੀ ਤੁਸੀਂ ਤੇ ਮੈਂ ਇਸ ਦੁਨੀਆ ਦੇ ਸੁਨਹਿਰੀ ਬਾਗ ਦੇ ਵਿੱਚ ਵੱਖਰੇ ਵੱਖਰੇ ਦੱਸਾਂਗੇ ਜਿੰਨਾ ਚਿਰ ਸਾਡੇ ਵਿੱਚ ਖੋਟ ਰਹੀ। ਉਹ ਬੰਬੇ ਵਾਲਾ ਪੁੱਛਦਾ ਸੀ, ਬੜਾ ਪ੍ਰੇਮੀ ਬੰਦਾ ਸੀ, ਮੈਨੂੰ ਕਹਿੰਦਾ ਕੋਈ ਰਾਹ ਹੈ? ਮੈਂ ਕਿਹਾ ਜਿਸ ਤਰ੍ਹਾਂ ਸੋਨੇ 'ਚੋਂ ਸਾੜ ਕੇ ਮੈਲ ਕੱਢੀ, ਇਹ ਸਾਰੀਆਂ ਸੰਪਰਦਾ ਇੱਕ ਦਿਨ ਅਕਾਲ ਤਖਤ ਸਾਹਿਬ 'ਤੇ ਸਿਰ ਰੱਖ ਦੇਣ ਤੇ ਆਪਣੇ ਅੰਦਰ ਦੀ ਮੈਲ ਕੱਢ ਦੇਣ ਵੀ ਅਸੀਂ ਅੱਜ ਤੋਂ ਗੁਰੂ ਕੇ ਸਿੱਖ ਅਖਵਾਵਾਂਗੇ। ਕੀ ਅਖਵਾਵਾਂਗੇ ਜੀ? ਗੱਜ ਕੇ ਬੋਲੋ। ਇੱਕ ਬਾਗ ਦੇ ਵਿੱਚ ਆੜੂ ਲੱਗਾ ਏ, ਨਿੰਬੂ ਲੱਗਾ ਏ, ਚੀਕੂ ਲੱਗਾ ਏ, ਮਗਰ ਉਹਨਾਂ ਨੂੰ ਵੱਖਰੇ ਵੱਖਰੇ ਉਦੋਂ ਕਹਿੰਦੇ ਨੇ ਜਦੋਂ ਉਹਨਾਂ ਦੇ ਵੱਖਰੇ ਸਰੂਪ ਵੇਂਦੇ। ਜੇ ਦੂਰੋਂ ਕੋਈ ਪੁੱਛੇ ਕਿਹੜੇ ਦਾ, ਕਹਿੰਦੇ ਬਾਗ ਦਾ। ਇਹ ਫਲ ਉਸ ਬਾਗ ਦਾ ਹੈ। ਉਹ ਭਾਗਾਂ ਵਾਲਾ ਦਿਨ ਹੋਊਗਾ ਜਦੋਂ ਸਿੱਖੋ ਤੁਹਾਨੂੰ ਵੇਖ ਕੇ ਆਖਣਗੇ ਗੁਰੂ ਕਾ ਸਿੱਖ ਆ। ਦੂਰੋਂ ਕੋਈ ਵੇਖ ਕੇ ਆਖੂ ਇਹ ਗੁਰੂ ਕਾ। ਅੱਜ ਬੜੇ ਸੋਹਣੇ ਬਚਨ ਨੇ, ਤੇਰੇ 'ਚ ਤੇ ਮੇਰੇ 'ਚ ਇੰਨਾ ਕੁ ਫਰਕ ਆ ਜਿਸ ਤਰ੍ਹਾਂ ਇੱਕ ਸੋਨਾ ਤੇ ਸੋਨੇ ਦਾ ਗਹਿਣਾ। ਇੱਕ ਵਾਰ ਬੋਲੋ, ਸੋਨਾ। ਮੈਂ ਕੋਸ਼ਿਸ਼ ਕਰ ਰਿਹਾ ਵੀ ਤੁਹਾਡੇ ਤੇ ਮੇਰੇ ਪੱਲੇ ਕੁਝ ਪੈਸੇ ਅੱਜ ਦੇ ਬਚਨ ਵਿੱਚੋਂ। ਇਹ ਬਚਨ ਬੜਾ ਕ੍ਰਾਂਤੀਕਾਰੀ ਆ ਭਗਤ ਨੇ ਕੀਤਾ। ਤੇਰੇ ਤੇ ਮੇਰੇ 'ਚ ਰੱਬਾ ਕੀ ਫਰਕ ਆ? ਇੰਨਾ ਕੀ ਫਰਕ ਆ, ਤੂੰ ਸੋਨਾ ਹੈ ਤੇ ਮੈਂ ਗਹਿਣਾ ਬਣ ਗਿਆ। ਮੈਂ ਗਹਿਣਾ ਤਾਂ ਬਣਿਆ ਮੇਰੇ ਵਿੱਚ ਹਉਮੈ ਦੀ ਖੋਟ ਪਈ। ਜੇ ਹਉਮੈ ਨਾ ਆਉਂਦੀ ਤੇ ਅੱਗੇ ਜਨਮ ਨਹੀਂ ਸੀ ਹੈਗਾ। ਹਉਮੈ ਸੀ, ਮਰਨ ਲੱਗਾ ਕਹਿੰਦਾ ਮੈਂ ਮਰ ਚੱਲਿਆ, ਅਗਲਾ ਜਨਮ ਫੇਰ ਮਿਲਿਆ। ਮੈਂ ਜੰਮ ਪਿਆ, ਅਗਲਾ ਜਨਮ ਫੇਰ ਮਿਲਿਆ। ਆਖੋ ਵਾਹਿਗੁਰੂ। ਪਕੜ ਰਹੇ ਹੋ ਜੀ? ਸਮਝ ਲੱਗ ਰਹੀ? ਹਉ ਵਿੱਚ ਜੰਮਿਆ, ਉੱਚੀ ਬੋਲੋ। ਹਉਮੈ ਨੇ ਹੀ ਜਨਮ ਦਿੱਤਾ ਤੇ ਹਉਮੈ ਨੇ ਮੌਤ ਦਿੱਤੀ। ਇਹ ਹੀ ਖੋਟ ਪੈ ਗਈ ਕਾਹਦੀ? ਹਉਮੈ ਦੀ। ਰੱਬਾ ਮੈਂ ਤੇ ਤੂੰ ਵੱਖ ਨਹੀਂ ਸਾਂ। ਇੰਨੀ ਕਹਾਣੀ ਸੀ। ਕਨਕ ਕਟਕ ਜਲ ਤਰੰਗ ਜੈਸਾ। ਜਿਸ ਤਰ੍ਹਾਂ ਸਮੁੰਦਰ ਦੇ ਵਿੱਚ ਪਾਣੀ ਤੇ ਪਾਣੀ ਦੀਆਂ ਲਹਿਰਾਂ ਦਿਸਦੀਆਂ ਵੱਖਰੀਆਂ ਵੱਖਰੀਆਂ ਸੰਬੰਧ ਤੇ ਜੁੜਿਆ, ਨਹੀਂ ਪਤਾ ਲੱਗਾ। ਲਹਿਰ ਦਾ ਤੇ ਸਮੁੰਦਰ ਦਾ ਸੰਬੰਧ ਤੇ ਕਿਤੇ ਥੱਲਿਓਂ ਜੁੜਿਆ ਹੀ ਜੁੜਿਆ। ਫਿਰ ਥੋੜ੍ਹਾ ਜਿਹਾ ਹੋਰ ਵੇਖਿਓ, ਕਈ ਲਹਿਰਾਂ ਬਹੁਤੀਆਂ ਉੱਚੀਆਂ ਉੱਠ ਜਾਂਦੀਆਂ। ਨੋਟ ਕਰਿਓ ਗੁਰੂ ਕੇ ਸਿੱਖੋ, ਮੈਂ ਕੀ ਕਿਹਾ? ਕਈ ਲਹਿਰਾਂ ਤੇ ਉਹ ਇੰਨੇ ਜ਼ੋਰ ਦੀ ਬਾਹਰ ਜਾ ਕੇ ਡਿੱਗ ਪੈਂਦੀਆਂ ਵੀ ਉਹ ਕਿਸੇ ਟਿੱਬੇ ਦੇ ਪਿੱਛੇ ਰਹਿ ਜਾਂਦੀਆਂ। ਕੀ ਭਲਾ? ਲਹਿਰ ਟਿੱਬੇ ਦੇ ਪਿੱਛੇ ਡਿੱਗ ਪਈ। ਹੁਣ ਉਹ ਮੁੜ ਕੇ ਨਹੀਂ ਮੁੜੀ ਸਮੁੰਦਰ ਵੱਲ ਨੂੰ। ਆਖੋ ਵਾਹਿਗੁਰੂ। ਤੇ ਉਹਦੇ ਵਿੱਚ ਮੱਛਰ ਪੈਦਾ ਹੋ ਗਿਆ, ਉਹਦੇ ਵਿੱਚੋਂ ਬਦਬੂ ਆਉਣ ਲੱਗ ਪਈ। ਲਹਿਰ ਦੇ ਵਿੱਚੋਂ ਜਿਹੜੀ ਪਾਣੀ ਉੱਚੀ ਉੱਠ ਕੇ ਉੱਥੇ ਜਾ ਕੇ ਡਿੱਗ ਪਈ। ਹੁਣ ਉਹਦੇ 'ਚ ਹਿੰਮਤ ਨਹੀਂ ਵੀ ਪਹਾੜੀ ਨੂੰ ਪਾਰ ਕਰਕੇ, ਟਿੱਬੇ ਨੂੰ ਪਾਰ ਕਰਕੇ ਫਿਰ ਸਮੁੰਦਰ 'ਚ ਚੱਲ ਜੇ। ਹੁਣ ਉਹਦਾ ਵੇ ਇਹ ਹੈ, ਆਖੋ ਵਾਹਿਗੁਰੂ, ਉਹਦਾ ਵੇ ਇਹ ਹੈ ਗੁਰੂ ਕੇ ਸਿੱਖੋ ਵੀ ਸਮੁੰਦਰ ਫੇਰ ਮਿਹਰ ਦੇ ਘਰ 'ਚ ਆਵੇ, ਇੰਨਾ ਉੱਚੀ ਪਾਣੀ ਲੈ ਕੇ ਆਵੇ, ਇੰਨੀਆਂ ਵੱਡੀਆਂ ਲਹਿਰਾਂ ਲੈ ਕੇ ਆਵੇ ਤੇ ਉਸ ਵਿਛੜੇ ਹੋਏ ਨੂੰ ਗਲ ਨਾ ਲਾ ਕੇ ਫਿਰ ਆਪਣੇ ਵਿੱਚ ਸਮਾ ਲੈ। ਮੇਰਾ ਤੇ ਰੱਬ ਦਾ ਇੰਨਾ ਫਰਕ ਆ, ਸੋਨਾ ਤੇ ਸੋਨੇ ਦਾ ਗਹਿਣਾ। ਇਹ ਬੜੀ ਲਾਗੇ ਜੇ ਦੀ ਕਹਾਣੀ ਹੈ ਜੇ ਤੁਸੀਂ ਸਮਝ ਲਓ ਤੇ। ਐਵੇਂ ਹੀ ਬਹੁਤ ਦੂਰ ਸਮਝ ਕੇ ਬੈਠੇ ਹੋ ਅਸੀਂ ਬੜੇ ਰੱਬ ਤੋਂ ਦੂਰ ਹਾਂ। ਸੋਨਾ ਤੇ ਸੋਨੇ ਦਾ ਗਹਿਣਾ ਕੋਈ ਬਹੁਤੀ ਦੂਰ ਨਹੀਂ ਹੁੰਦੇ। ਫਰਕ ਇੰਨਾ ਹੀ ਹੁੰਦਾ ਜਿਹੜੀ ਵਿੱਚ ਮਿਲਾਵਟ ਪਈ ਆ। ਜੇ ਮਿਲਾਵਟ ਵਿੱਚੋਂ ਨਿਕਲ ਜਾਵੇ ਤੇ ਅਲੰਕਾਰ ਮਿਲ। ਅੱਗੇ ਵੇਖੋ ਕੀ ਲਿਖਿਆ, ਤਾਂ ਤੇ ਕਨਕ ਵਖਾਨੀ। ਫਿਰ ਉਹਨੂੰ ਕੀ ਕਹਿਣਗੇ? ਸੋਨਾ ਕਹਿਣਾ ਸ਼ੁਰੂ ਕਰ ਦੇਣਗੇ। ਕੱਲ ਤੱਕ ਜਿਹਨੂੰ ਕੜਾ ਕਹਿੰਦੇ ਸੀ, ਮੁੰਦਰੀ ਕਹਿੰਦੇ ਸੀ, ਅੱਜ ਫਿਰ ਉਹਨੂੰ ਕੀ ਕਹਿਣਗੇ? ਸੋਨੇ ਦੀ ਢੇਲੀ ਕਹਿਣਗੇ। ਤੂੰ ਵੀ ਸਿੱਖਾ, ਜਿੱਦਣ ਕਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦਾ ਰੂਪ ਬਣਨਾ ਚਾਹੁੰਦਾ ਹੈ ਨਾ, ਵਿੱਚੋਂ ਹਉਮੈ ਮਿਟਾ ਦੇ। ਹਰ ਨਾਮ ਮੰਤਰ ਦਰੜਾਏਂਦਾ। ਜੇ ਕਿਤੇ ਝੂਮ ਝੂਮ ਕੇ ਪੜੋ ਨਾ, ਸਤਿਗੁਰ ਦਵਾਈ ਬਣ ਜਾਏ। ਹਰ ਨਾਮ ਮੰਤਰ ਦਰੜਾਏਂਦਾ, ਕੱਟੇ ਨਾਨਕ ਸਤਿਗੁਰ ਤੇ ਨਾਮ ਲਾਇਆ। ਜਿਨ ਧੁਰੇ ਪਿਆ ਸੰਜੋਗ। ਸੰਜੋਗ ਸੀ ਇਹਨਾਂ ਦਾ ਵੀ ਗੁਰੂ ਬਣਾਵੇਂ। ਹਰ ਸੰਪਰਦਾ ਵਾਲਾ ਬੰਦਾ, ਨਾਮ ਧਾਰੀਆ, ਨੀਲ ਧਾਰੀਆ, ਰਾਧਾ ਸੁਆਮੀ, ਜਿਹੜਾ ਆਪਣੇ ਆਪ ਨੂੰ ਕਹਿੰਦਾ ਮੈਂ ਵੀ ਸਿੱਖੀ ਦਾ ਪ੍ਰਚਾਰ ਕਰਦਾ ਹੈ, ਮੰਨ ਲੈਣ ਈਨ ਸ੍ਰੀ ਅਕਾਲ ਤਖਤ ਸਾਹਿਬ ਦੀ।
उस मर्यादा नूं सिर ते रख लैण, आखो वाहिगुरू, फिर मिल के उसे लहर वांगू समुंदर का रूप हो सकते, फिर एक सोने की चूड़ी, फिर सोने का रूप होके अलग खवाउण वाली, फिर सोना का रूप खवा सकती, सोना खवा सकती। कनक कटक जल तरंग जैसा, बड़े सोहने बचन ने अगे। तुम जो नायक आछो अंतरजामी, तुसीं अंदर दियां जानन वाले मेरे नायक जे। ते अगे फिर बड़ा वचन सोहना किया, प्रभ ते जन जनीजै जन ते स्वामी। रब विचों सेवक दिसदा। इत्थे वेख लो गुरु ग्रंथ साहब दे विचों सिख दी फोटो बनाई, आखो वाहिगुरू। गुरु ग्रंथ साहब कोलों सिख दी परिभाषा सिखी दी आ ते सिख कोलों रब दिसदा है। ਜਿਹੜੇ ਜਿਹੜੇ सिख ਉਹਦੀ रजा ते चले ਉਹਨਾਂ ਨੂੰ ਆਖਿਆ ਤੇ ਰੱਬ ਵਰਗਾ ਹੀ ਹੋ ਗਿਆ, ਕਹਿੰਦੇ ਕਿ ਨਹੀਂ। ਬਹੁਤ ਸਾਰੇ ਲੋਕੀ ਜਿਹੜੇ ਇਬਾਦਤ ਕਰਨ ਵਾਲੇ, ਬੰਦਗੀ ਕਰਨ ਵਾਲੇ, ਉਹਨਾਂ ਨੂੰ ਲੋਕੀ ਕਹਿੰਦੇ ਆਹ ਬੰਦਾ ਤੇ ਰੱਬ ਦਾ ਹੀ ਰੂਪ ਹੋ ਗਿਆ ਹੈ। ਤੇ ਜੇ ਕਿਸੇ ਨੇ ਰੱਬ ਦੀ ਮਹਿਮਾ ਵੇਖਣੀ ਆ ਤੇ ਇੱਕ ਚੰਗੇ ਕਰਦਾਰ ਵਾਲੇ ਸਿੱਖ ਦੇ ਵਿੱਚੋਂ ਦਿਸੂਗੀ। ਚੰਗੇ ਜੇ ਕਿਸੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਨਹੀਂ ਨਾ ਵੇਖਿਆ, ਨੋਟ ਕਰਿਓ, ਜੇ ਕਿਸੇ ਨੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਦਰਸ਼ਨ ਨਹੀਂ ਕੀਤੇ ਤੇ ਕਰਹਿਣੀ ਵਾਲੇ ਸਿੱਖ ਦੇ ਕਰ ਲਓ, ਉਹਦੇ ਵਿੱਚੋਂ ਸਾਰੀਆਂ ਨਿਸ਼ਾਨੀਆਂ ਗੁਰੂ ਦੀਆਂ ਦਿਸਦੀਆਂ। ਕਿਤੇ ਸਿੱਖ ਹੋਵੇ ਬਾਬਾ ਵੀਰ ਸਿੰਘ ਨਰੰਗਾਵਾਦੀਏ ਵਰਗਾ, ਸਿੱਖ ਇਸ ਤਰ੍ਹਾਂ ਦਾ ਹੋਵੇ, ਆਖੋ ਵਾਹਿਗੁਰੂ। ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦੀਦਾਰ ਕਰਨੇ ਤੇ ਲੱਭਿਓ ਕਿਸੇ ਉਸ ਸਿੱਖ ਨੂੰ ਜਿਹੜਾ ਰਹਿਤ ਵਿੱਚ 100% ਪੱਕਾ ਹੈ। ਫਿਰ ਉਹਦੇ ਵਿੱਚੋਂ ਤੁਹਾਨੂੰ ਪਤਾ ਲੱਗੂਗਾ ਜਿਨ੍ਹਾਂ ਦਾ ਸਿੱਖ ਇੰਨਾ ਮਹਾਨ ਆ ਉਹ ਗੁਰੂ ਕਿੰਨਾ ਮਹਾਨ ਹੋ। ਫਿਰ ਪਤਾ ਲੱਗੂ ਪ੍ਰਭ ਤੇ ਜਨ ਜਨੀਜੈ ਤੇ ਜਨ ਤੇ ਸੁਆਮੀ। ਪਰਮੇਸ਼ਰ ਤੋਂ ਫੋਟੋ ਦਿਸਦੀ, ਜਿਹਦੇ ਵਿੱਚ ਅੰਦਰ ਪ੍ਰਵੇਸ਼ ਕਰ ਗਿਆ ਪਰਮੇਸ਼ਰ, ਉਹਦੇ ਵਿੱਚੋਂ ਪਤਾ ਲੱਗਦਾ ਵੀ ਰੱਬ ਦਿਸਣ ਲੱਗ ਪਿਆ। ਆਪਾਂ ਕਹਿੰਦੇ ਹਾਂ ਜਿਨ ਹਰ ਜਪਿਆ ਸੇ ਹਰ, ਜਿਨ੍ਹਾਂ ਜਿਨ੍ਹਾਂ ਜਪਿਆ ਜਪਿਆ। ਹੁਣ ਜਪਣ ਤੋਂ ਵੀ ਤੇ ਬੜੇ ਲੋਕਾਂ ਨੂੰ ਢਿੱਡ ਪੀੜ ਹੁੰਦੀ ਵੀ ਵਾਹਿਗੁਰੂ ਵਾਹਿਗੁਰੂ। ਆ ਕੱਲ੍ਹ ਪਰਸੋਂ ਮੈਨੂੰ ਇੱਕ ਮੈਸੇਜ ਪਾਉਂਦਾ ਸੀ, ਭਾਈ ਸਾਹਿਬ ਜੀ ਇਹ ਕਿਹੜੇ ਭਗਤ ਨੇ ਸ਼ਬਦ ਬੋਲਿਆ ਵਾਹਿਗੁਰੂ? ਭਾਈ ਸਾਹਿਬ ਜੀ ਕਿਹੜੇ ਗੁਰੂ ਨੇ ਉਚਾਰਿਆ ਵਾਹਿਗੁਰੂ ਸ਼ਬਦ? ਮੈਂ ਕਿਹਾ ਹੁਣ ਤੂੰ ਕਮੈਂਟ ਪਾਉਣ ਵਾਲਾ, ਮੈਂ ਤੇ ਇੰਨਾ ਪੜ੍ਹਿਆ ਨਹੀਂ। ਜੇ ਕਿਤੇ ਮੇਰੇ ਸਾਹਮਣੇ ਹੋਵੇ ਤੇ ਮੈਂ ਤੈਨੂੰ ਕਹਾਂ ਪੰਜਾਂ ਵਿੱਚ ਖਲੋਤੇ ਗੁਰੂ ਨੇ ਵਾਹਿਗੁਰੂ ਮੰਤਰ ਦਿੱਤਾ ਏ। ਪੰਜਾਂ ਵਿੱਚ ਖਲੋਤਾ ਸੀ ਗੁਰੂ ਗੋਬਿੰਦ ਸਿੰਘ ਸਾਹਿਬ। ਇਨ ਪੰਚਨ ਮੈਂ ਮੇਰੋ ਵਾਸਾ, ਬੋਲੋ ਭਲਾ। ਇਹ ਜਿਹੜੇ ਪੰਜ ਬਾਣੇ ਵਾਲੇ ਖਲੋਤੇ ਇਹਨਾਂ ਦੇ ਵਿੱਚ ਮੇਰਾ ਵਾਸਾ ਹੈ। ਉੱਥੇ ਬੋਲ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਵੀ ਤੁਹਾਡਾ ਗੁਰਮੰਤਰ ਕੀ ਹੈ? ਵਾਹਿਗੁਰੂ ਤੁਹਾਡਾ ਇੱਕ ਓੰਕਾਰ ਤੋਂ ਲੈ ਕੇ ਸਤਿਗੁਰ ਪ੍ਰਸਾਦ ਤੱਕ ਪੰਜਾਂ ਦੇ ਰੂਪ ਵਿੱਚ ਉਹਨਾਂ ਨੇ ਮੈਨੂੰ ਦ੍ਰਿੜ ਕਰਾਇਆ, ਇਹ ਤੇਰਾ ਮੂਲ ਮੰਤਰ ਆ। ਆਖੋ ਵਾਹਿਗੁਰੂ। ਗੁਰੂ ਕੇ ਸਿੱਖਾ ਪਕੜ ਰਹੇ ਆ ਨਾ। ਪੰਜਾਂ ਨੇ ਪੰਜਾਂ ਵਿੱਚ ਖਲੋ ਕੇ ਤਖਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਜਿਹੜਾ ਮੈਨੂੰ ਦ੍ਰਿੜ ਕਰਾਇਆ ਉਹ ਸੀ ਇੱਕ ਓੰਕਾਰ ਤੋਂ ਸਤਿਗੁਰ ਪ੍ਰਸਾਦ ਤੱਕ। ਤੇ ਮੈਨੂੰ ਜਿਹੜਾ ਪੰਜਾਂ ਵਿੱਚ ਖਲੋ ਕੇ ਕਲਗੀਧਰ ਨੇ ਮੰਤਰ ਦਿੱਤਾ ਉਹਦਾ ਨਾਮ ਆ, ਜੇ ਨਹੀਂ ਜਪਣਾ ਨਹੀਂ ਚੌਂਕੜਾ ਅੰਮ੍ਰਿਤ ਵੇਲੇ ਉੱਠ ਕੇ ਵੱਜਦਾ ਤੇ ਇਸ ਤਰ੍ਹਾਂ ਦੇ ਬਚਨ ਕਰਨੇ ਬੜੇ ਸੌਖੇ ਨੇ। ਕਿੱਥੇ ਲਿਖਿਆ ਜੀ? ਸਿੱਖਾ, ਜੇ ਕਿ ਤੂੰ ਪੰਜਾਂ ਦੀ ਪ੍ਰਣਾਲੀ ਤੇ ਭਰੋਸਾ ਕਰਦਾ ਹੁੰਨੋ, ਤੇਰਾ ਪੰਜਾਂ ਦੀ ਪ੍ਰਣਾਲੀ ਤੇ ਭਰੋਸਾ ਹੁੰਦਾ, ਆਖੋ ਵਾਹਿਗੁਰੂ, ਤੇ ਫਿਰ ਤੈਨੂੰ ਪਤਾ ਲੱਗਦਾ ਵੀ ਜਿਹੜੇ ਪੰਜ ਪਿਆਰੇ ਸੀ ਉਹ ਮੇਰੇ ਸਤਿਗੁਰੂ ਦਾ ਸਰਗੁਣ ਸਰੂਪ ਸੀ। ਕੀ ਜੀ? ਗੁਰੂ ਗ੍ਰੰਥ ਸਾਹਿਬ ਜੀ ਮੇਰਾ ਨਿਰਗੁਣ ਸਰੂਪ ਗੁਰੂ ਆ। ਤੇ ਇਹ ਪੰਜ ਪਿਆਰੇ ਸਹਿਬਾਨ ਰਹਿਤ ਵਹਿਤ ਵਾਲੇ ਜਿਹੜੇ ਅੰਮ੍ਰਿਤ ਛਕਾਉਣ ਵਾਲੇ, ਇਹ ਨਹੀਂ ਜਿੱਥੇ ਮਰਜੀ ਪੰਜ ਖੜੇ ਹੋ ਕੇ ਆਖਣ ਵੀ ਅਸੀਂ ਪੰਜ ਪਿਆਰੇ ਹਾਂ, ਨਾ, ਕਦੀ ਨਹੀਂ। ਜਦੋਂ ਅੰਮ੍ਰਿਤ ਦਾ ਬਾਟਾ ਤਿਆਰ ਕਰਨ ਲਈ ਬਾਣਾ ਪਾ ਕੇ ਅਰਦਾਸ ਕਰਕੇ ਗੁਰੂ ਸਾਹਿਬ ਕੋਲੋਂ ਆਪਣੀਆਂ ਪਿਛਲੀਆਂ ਭੁੱਲਾਂ ਅਵੱਗਿਆ ਬਖਸ਼ਾ ਕੇ ਬਾਣਾ ਪਾ ਕੇ ਅੰਦਰ ਜਾਂਦੇ ਨੇ ਤੇ ਬਾਟੇ ਤੇ ਬਹਿਣ ਲੱਗਦੇ ਨੇ, ਉਦੋਂ ਵੇਖ ਲਈ ਇਹਨਾਂ ਪੰਜਾਂ ਦੇ ਵਿੱਚੋਂ ਤੈਨੂੰ ਗੁਰੂ ਗੋਬਿੰਦ ਸਿੰਘ ਦਿਸਦੇ। ਭਰੋਸਾ ਰੱਖ ਤੇ ਦੱਸਿਆ ਕਰ ਲੋਕਾਂ ਨੂੰ। ਸਾਨੂੰ ਪੰਜਾਂ ਨੇ ਕਿਹਾ ਤੇ ਮੇਰੇ ਗੁਰੂ ਨੇ ਕਿਹਾ ਕੀ ਜਪਣਾ ਹੈ? ਵਾਹਿਗੁਰੂ। ਸ਼ਬਦ ਬੜੇ ਸੋਹਣੇ ਨੇ। ਕਨਕ ਕਟਕ ਜਲ ਤਰੰਗ ਜੈਸਾ, ਤੇਰੇ ਤੇ ਮੇਰੇ 'ਚ ਕੋਈ ਭੇਦ ਨਹੀਂ। ਤੂੰ ਮੇਰਾ ਅੰਤਰਜਾਮੀ ਹੈ, ਅੰਦਰ ਦੀਆਂ ਜਾਣਨ ਵਾਲਾ ਹੈ। ਪਿੱਛੇ ਜਾ ਕੇ ਰਵਿਦਾਸ ਜੀ ਨੇ ਕਿਹਾ ਇੱਕ ਵਾਰ 5 ਵਾਰ ਵਾਹਿਗੁਰੂ ਕਹੋ,
फिर रविदास साहब को पुछदे आ तुसीं मंगदे की हो इन्ना कुछ कह के? आखो वाहिगुरू। कहंदे मैं ये मंगदा भी शरीर आराधे, ये जिहड़ी मनुखा देह मैनू मिली है ना, ये मनुखा देह च मैं उस रब की आराधना करा। ये महाराज मेरी क्यों? क्योंकि जे एक होना है, एक होना है तो रब का नाम जपना पैना। तां हर हर जांदोई बेब विचार, जे रब का रूप होना तो रब का नाम जपना पैना। तो रविदास साहब ने आख्या आ सारा कुछ मैं प्रकरण सुना के हुण मैं रब कोलों की मंगदा, भगतां संतां कोलों की मंगदा है? कोई इहो जिहा गुरु का प्यारा मिले जिहड़ा मैनू ये उपदेश दे अखां नाल भी जपीदा है। बोलो, अखां नाल भी, कन्नां नाल भी, जीभां नाल भी जपीदा है, हत्थां नाल भी जपीदा है। जदों लंगर दे जूठे बर्तन साफ करिए जाप ही हो रहा है। आखो वाहिगुरू। जदों पैर चल के गुरुद्वारे नूं आउंदे ने जाप ही हो रहा है। राह दे विच गालां ते कढ़दे नहीं आउंदे, वाहिगुरू वाहिगुरू करदे आउंदे हो। महाराज समुच्चा शरीर जपण लग पिया, शरीर आराधे। हे वाहिगुरू ये मैनू उपदेश दिओ भी मेरा सारा शरीर वाहिगुरू दा नाम जपण लग पिया। वाहिगुरू वाहिगुरू 5 बार सिर्फ। आखो सतनाम श्री वाहिगुरू। शरीर बोलो जी, मेरा सारा ही शरीर आराधना कले, कली जेबा नहीं, कली सारा शरीर आराधन लग पाया। तुसीं वेखियो कदी कोई चुप कीता है ना, उहदे रोम रोम दे विचों वाहिगुरू निकल आंदा। कईयां दे दर्शन होए ने, जीभ बंद है, अखां बंद ने, मगर वाहिगुरू 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 दी धुनी होण डे। अज रविदास जी भी कहंदे शरीर आराधे मौको विचार दिओ। कोई इहो जिहा गुरु का सिख मिले, कोई भगत मिले, मैनू इहो जिहा विचार बख्शे भी मेरा सारा शरीर ही रब दा नाम जपण लग पे। रविदास समदल समझावे को, रविदास नूं ये गल कोई समझा दे भी किंटी ते कुंचर अस्थूला सब पर कृपा दृष्ट कर फूला। कोई ये गल समझा दे घट घट मैं हरजू वसे संतन कयो पकार। कोई ये गल समझा दे सारी जलथल मैयल पूरिया रविया विच वणा। एक तीले तीले तो लैके जलों विच, तुसीं जाप साहब पढ़दे हो ना, जले हैं थले हैं, भर के बोलो भला। जे क्या है तो कोई मैनू ये समझा दे सज्जणा। बहुत सारे लोग ना किसी ने पुछ के वेखो की गल हो गई, कहता उपर वाला जाने। तुसी बहुत सारी बार वेख्या हो, हर बंदा तां नूं हथ करदा है, कदी किसी ने थल्ले नूं कीता? बोलो ना गुरु किसी। और मरदा गमड़े ने कीता, तू जल विच भी है, तू थल विच भी है। तो थल इत्थे धरती ते भी, ते धरती तो थल्ले भी जिहड़े जी रहिंदे ने उन्हां विच भी तू बैठा है। उपर नूं सारे हथ करदे ने। आखो वाहिगुरू। वो जिहड़ा उपर नूं शब्द कहने, वो आपां कहने भी साडे तो सिर ता आ जाओ, ये नहीं भी किते आसमान ते बैठा है। आखो वाहिगुरू। वाहिगुरू परमेश्वर जल विच भी आ ते थल विच भी आ। जले हैं थले हैं। इन्ना कुछ कहने के बावजूद भी रविदास कहंदा इन्ना तो मैनू पता है भी तू सोना तो असी सोने दे गहने आ, तू समुंदर आ असी समुंदर दियां, ते जे लहर ते समुंदर वख नहीं ना होए, किते ना किते संबंध तेरा ते मेरा भावें मैं किन्ना दूर बैठा जुड़िया ही जुड़िया है। अख वाहिगुरू। किते ना किते भावें मैं जपदा भावें मैं नहीं जपदा, आसत नासत एको ही ना हो। चाहे मैं आस्तक वाली जिंदगी बतीत कर रहा, नास्तिक वाली जिंदगी बतीत कर रहा, संबंध तो किते तेरे नाल मेरा जुड़िया ही है। आख्या महाराज जिहड़े वाहिगुरू नहीं कहते, कहंदा जिहड़ा सवास लैंदा है ना, सवास लैंदा है बंदा, सुन रहे हो जी, जिहड़ा बंदे दा
ਇਹ ਸਵਾਸ ਆਉਂਦਾ ਹੀ ਤਾਂ ਹੈ ਜੇ ਉਹਦੇ ਨਾਲ ਸੰਬੰਧ ਜੁੜਿਆ ਤੇ। ਮਾਲਾ ਦਾ ਮਣਕਾ ਫਿਰਦਾ ਹੀ ਤਾਂ ਹੈ ਜੇ ਵਿਚਲੇ ਧਾਗੇ ਨਾਲ ਮਾਲਾ ਦੇ ਮਣਕੇ ਦਾ, ਬੋਲਦੇ ਨਹੀਂ, ਜਰਾ ਕੁ ਧਾਗੇ ਨਾਲੋਂ ਸੰਬੰਧ ਟੁੱਟਾ ਤੇ ਇੱਕ ਇੱਕ ਕਰਕੇ ਬਿਖਰ ਜਾਣਾ ਹੈ। ਟੂਟ ਜਾਏਗੋ ਸੂਤ ਵਾਪਰੋ, ਜਿੱਦਣ ਇਹ ਸੂਤਰ ਵਿਚਲਾ ਟੁੱਟ ਗਿਆ ਤੈਨੂੰ ਕਿਸੇ ਨੇ ਮਾਲਾ ਨਹੀਂ ਕਹਿਣਾ, ਮਣਕੇ ਕਹਿਣਾ ਹੀ। ਹੱਥ ਵੱਖਰੇ, ਪੈਰ ਵੱਖਰੇ, ਇਹ ਸਭ ਕੁਝ ਵੱਖਰਾ ਵੱਖਰਾ ਹੋਣਾ ਹੀ। ਤੇਰੇ ਵਿੱਚ ਜਿਹੜਾ ਸਵਾਸ ਉਸ ਮਾਲਕ ਦਾ ਸਿਮਰਨ ਚੱਲ ਰਿਹਾ, ਇਸ ਕਰਕੇ ਗੁਰੂ ਕਿਹਾ ਸਿੱਖਾ ਤੂੰ ਉਹਦੇ ਨਾਲ ਕਿਸੇ ਨਾ ਕਿਸੇ ਰੂਪ ਵਿੱਚ ਦੁਕਾਲੰਗ ਪ੍ਰਣਾਸੀ। ਅੱਗੇ ਪੜੋ ਭਲਾ। ਉਹ ਸਦਾ ਹੀ ਤੇਰੇ ਅੰਗ ਸੰਗ ਹੈ, ਅਪੰਗ ਹੈ ਤੇ ਤੇਜ ਪ੍ਰਤਾਪ ਵਾਲਾ ਹੈ। ਉਹ ਸਦਾ ਤੇਰੇ ਨਾਲ ਆ। ਸੱਚੀ ਮੁੱਚੀ ਤੁਸੀਂ ਸੂਰਜ ਨੂੰ ਕਦੀ ਕਿਹਾ ਨਹੀਂ ਚੜ੍ਹ, ਕਿ ਕਿਹਾ ਜੇ ਕਦੀ? ਰਾਤ ਨੂੰ ਕਿਹਾ ਕਦੇ ਪੈ, ਦਿਨ ਨੂੰ ਕਿਹਾ ਕਦੀ ਚੜ੍ਹ? ਨਾ ਨਾ ਨਾ। ਇਹ ਸਾਰਾ ਕੁਝ ਜਿਸ ਤਰ੍ਹਾਂ ਸੂਰਜ ਚੜ੍ਹਨ ਦਾ ਸਿਸਟਮ ਇੱਕ ਵਾਰ ਫਿੱਟ ਕਰਤਾ, ਰਾਤ ਪੈਣ ਦਾ ਸਿਸਟਮ ਇੱਕ ਵਾਰ, ਇਸ ਤਰ੍ਹਾਂ ਹੀ ਤੇਰਾ ਤੇ ਮਾਲਕ ਦਾ ਸਿਸਟਮ ਫਿੱਟ ਹੈ। ਜਿੰਨਾ ਚਿਰ ਤੇਰੇ ਵਿੱਚ ਸਵਾਸ ਨੇ ਉਹਨਾਂ ਚਿਰ ਤੂੰ ਰੱਬ ਨਾਲ ਜੁੜਿਆ ਹੈ। ਚੇਤਨਤਾ ਵਿੱਚ ਨਹੀਂ ਲਿਆਉਂਦਾ, ਇਹ ਵੱਖਰੀ ਕਹਾਣੀ। ਵੇਖੋ ਜੁੜੇ ਹੋਣਾ ਇੱਥੋਂ ਤੱਕ ਆ, ਚੇਤਨਤਾ ਇੱਥੇ ਆਣ ਕੇ ਵੱਸਦੀ। ਜਦੋਂ ਤੇਰੇ ਚੇਤੇ ਵਿੱਚ ਆ ਜਾਂਦਾ ਹੈ, ਉੱਥੇ ਲਿਖਿਆ ਚਿੱਤ ਚੇਤੇ ਸੁਖ ਹੋਈ। ਬੋਲੋ ਭਲਾ। ਇਹਦੇ 'ਚ ਕੋਈ ਸ਼ੱਕ ਨਹੀਂ ਵੀ ਰੱਬ ਤੇਰੇ ਅੰਦਰ ਹੈ ਨਹੀਂ, ਤੂੰ ਜਿਉਂਦਾ ਹੀ ਰੱਬ ਕਰਕੇ ਆ। ਮੱਛੀ ਜਿਉਂਦੀ, ਫਿਰ ਬੋਲੋ, ਪਾਣੀ ਕਰਕੇ ਆ, ਮਗਰ ਮੱਛੀ ਪਾਣੀ ਪੀਂਦੀ ਨਹੀਂ। ਬਸ ਇੰਨੀ ਕਹਾਣੀ ਆ। ਰੱਬ ਤੇ ਤੂੰ ਵੱਖਰੇ ਨਹੀਂ। ਤੇਰਾ ਜੀਵਨ ਵੀ ਜਿਸ ਤਰ੍ਹਾਂ ਮੱਛੀ ਦਾ ਪਾਣੀ ਵਿੱਚ ਆ, ਚਾਰ ਚਫੇਰੇ ਤੇਰੇ ਨਾਮ ਦੀ ਵਰਖਾ ਹੋਣ ਡਈ। ਜੇਤਾ ਕੀਤਾ ਤੇਤਾ ਨਾਉ। ਅੱਗੇ ਪੜੋ। ਇਹਨੂੰ ਕਦੀ ਵਿਚਾਰਿਆ ਵੀ ਜੇ? ਸਮਾਂ ਹੋ ਗਿਆ। ਇਹਨੂੰ ਕਦੀ ਵਿਚਾਰਿਆ ਵੀ ਜੇ ਵੀ ਇਹ ਕੀ ਲਿਖਿਆ? ਜੇਤਾ ਕੀਤਾ। ਆ ਜਿੰਨੇ ਬ੍ਰਹਿਮੰਡ ਨੇ, ਪਤਾਲ ਨੇ, ਇੱਕ ਇੱਕ ਕਣੇ ਕਣੇ ਵਿੱਚ ਵਾਹਿਗੁਰੂ ਦਾ ਸ਼ਬਦ ਗੂੰਜ ਰਿਹਾ। ਵਿਣ ਨਾਵੇਂ ਕੋਈ ਥਾਂ ਹੀ ਨਹੀਂ ਜਿੱਥੇ ਨਾਮ ਦੀ ਵਰਖਾ ਨਹੀਂ ਹੋ ਰਹੀ। ਤੇ ਉਸ ਜਿੱਥੇ ਹੁਣ ਤੂੰ ਰਹਿ ਰਿਹਾ, ਤੇਰੇ ਚਾਰ ਚਫੇਰੇ ਕੀ ਹੈ? ਨਾਮ ਹੀ ਨਾਮ। ਤੇ ਤੂੰ ਰੱਬ ਨਾਲ ਫਿਰ ਜੁੜਿਆ ਹੀ ਹੈ ਨਾ। ਰਵਿਦਾਸ ਕਹਿੰਦਾ ਮੈਨੂੰ ਵੀ ਕੋਈ ਸਮਝਾ ਦੇ ਇਹ ਗੱਲ। ਭਗਤ ਜੀ ਕਹਿੰਦੇ ਸਮਦਲ ਸਮਝਾਵੇ ਕੋਊ, ਮੈਨੂੰ ਕੋਈ ਇਹ ਸਾਰੀ ਗੱਲ ਸਮਝਾ ਦੇ ਵੀ ਹਰ ਜਗ੍ਹਾ ਤੇ ਰੱਬ ਆ। ਵੇਖੋ ਸਾਨੂੰ ਸ਼ਬਦ ਦੇਣ ਨੂੰ, ਵੈਸੇ ਉਹ ਤੇ ਜਾਣ ਹੀ ਚੁੱਕਾ ਸੀ ਵੀ ਸਾਰੀ ਜਗ੍ਹਾ ਤੇ ਆ। ਤੁਹਾਨੂੰ ਤੇ ਮੈਨੂੰ ਉਪਦੇਸ਼ ਰਾਹੀਂ ਜਾਗਰੂਕ ਕਰਨ ਲਈ ਰਵਿਦਾਸ ਕਹਿ ਰਿਹਾ ਵੀ ਕੋਈ ਇਹੋ ਜਿਹਾ ਸੰਤ ਮਹਾਤਮਾ ਮਿਲ ਜਾਏ ਜਿਹੜਾ ਮੈਨੂੰ ਇਹ ਗਿਆਨ ਕਰਾ ਦੇ। ਕਿਹੜੀ ਗੱਲ ਦਾ? ਵੀ ਉਹ ਹਰ ਜਗ੍ਹਾ ਤੇ ਸਮਾਇਆ ਬੈਠਾ। ਭੁੱਲਾਂ ਨਾ ਚਤਾਰਿਓ ਜੀ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਕੱਲ੍ਹ ਨੂੰ ਫਿਰ ਸਵੇਰੇ ਆਪ ਜੀ ਨੂੰ ਸ਼ਬਦ ਦੇ ਨਾਲ ਸਾਂਝ ਪਾਵਾਂਗੇ। ਗੁਰੂ ਮੇਰੇ ਸਿਰ 'ਤੇ ਹੱਥ ਰੱਖੂਗਾ, ਤੁਹਾਨੂੰ ਬਲ ਬਖਸ਼ੂਗਾ। ਚੌਂਕੜੇ ਮਾਰ ਕੇ ਇਸੇ ਤਰ੍ਹਾਂ ਆਣ ਕੇ ਬੈਠਿਓ। ਜਿਹਨੂੰ ਨਵਾਂ ਸਾਲ ਕਹਿੰਦੇ ਨੇ, ਭਾਈ ਸਾਹਿਬ ਨੇ ਜ਼ਿਕਰ ਕੀਤਾ। ਆਓ ਕੁਛ ਨਵਾਂ ਬਣਨ ਲਈ ਤਿਆਰੀ ਕਰੀਏ, ਆਪਣੇ ਵਿਚਾਰ ਬਦਲ ਦਈਏ, ਆਪਣੀ ਈਰਖਾ ਕੱਢ ਕੇ ਪ੍ਰੇਮ ਭਰ ਲਈਏ, ਸਰਬੱਤ ਦਾ ਭਲਾ ਮੰਗਣ ਦੀ ਆਦਤ ਪਾ ਲਈਏ। ਭੁੱਲਾਂ ਨਾ ਚਤਾਰਿਓ ਜੀ, ਅਸੀਸ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।